ਅੱਜ ਦੀ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰਨ ਅੱਜ ਦੀ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰਨ ਵਾਲੇ ਵੀਰਾਂ ਭੈਣਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਹਰ ਸੋਮਵਾਰ ਦੀ ਤਰ੍ਹਾਂ ਵੀਰ ਹਰਜੀਤ ਸਿੰਘ ਜੀ ਸਾਡੇ ਨਾਲ ਗੁਰਮਤਿ ਦੇ ਵਿਸ਼ੇ ਦੇ ਵਿਚਾਰ ਸਾਂਝੀ ਕਰਦੇ ਹਨ। ਪਿਛਲੇ ਕੁਝ ਹਫ਼ਤਿਆਂ ਤੋਂ ਅਰਦਾਸ ਜੋ ਕਿ ਰਿਆਤ ਮਰਿਆਦਾ ਵਿੱਚ ਮਾਡਲ ਅਰਦਾਸ ਅੰਕਿਤ ਹੈ, ਉਹਦੀ ਸ਼ਬਦਾਵਲੀ ਦੀ ਵਿਆਖਿਆ ਆਪ ਜੀ ਬੜੇ ਵਿਸਥਾਰ ਸਹਿਤ ਕਰ ਰਹੇ ਹਨ। ਉਸੇ ਲੜੀ ਨੂੰ ਅੱਗੇ ਜੋੜਦੇ ਹੋਏ ਅੱਜ ਦੀ ਵਿਚਾਰ ਆਪ ਜੀ ਕਰਨਗੇ। ਸੋ ਉਹਨਾਂ ਨੂੰ ਬੇਨਤੀ ਹੈ ਕਿ ਅੱਜ ਦੀ ਵਿਚਾਰ ਆਰੰਭ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਪਿਛਲੇ ਕੁਝ ਹਫ਼ਤਿਆਂ ਤੋਂ ਪੰਥਕ ਅਰਦਾਸ ਜੋ ਸਿੱਖ ਰਾਤ ਮਰਿਆਦਾ ਵਿੱਚ ਦਰਜ ਹੈ, ਜਿਹਦਾ ਸਰੂਪ ਪੰਥ ਨੇ ਬਣਾਇਆ, ਉਸ ਅਰਦਾਸ ਦੀ ਸ਼ਬਦਾਵਲੀ ਅਸੀਂ ਗੁਰੂ ਸਾਹਿਬਾਨ ਤੋਂ ਲੈ ਕੇ ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, 40 ਮੁਕਤਿਆਂ, ਉਸ ਤੋਂ ਬਾਅਦ ਸਿੰਘਾਂ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਕਟਾਏ, ਉਹ ਪੂਰੀ ਵਿਚਾਰ ਕਰ ਚੁੱਕੇ ਹਾਂ। ਅੱਜ ਅਗਲੀ ਵਿਚਾਰ ਜੋ ਅਗਲਾ ਅਰਦਾਸ ਦਾ ਪਹਿਰਾ ਹੈ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਇੱਥੋਂ ਅੱਜ ਦੀ ਵਿਚਾਰ ਅਸੀਂ ਆਰੰਭ ਕਰ ਰਹੇ ਹਾਂ। ਅਰਦਾਸ ਵਿੱਚ ਜਿੱਥੇ ਪੰਥ ਪ੍ਰਤੀ ਘਾਲੀਆਂ ਗਈਆਂ ਘਾਲਨਾਵਾਂ ਦਾ ਜ਼ਿਕਰ ਆਇਆ, ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਜਿਨ੍ਹਾਂ ਨੇ ਧਰਮੇ ਸੀਸ ਦਿੱਤੇ, ਜਿਨ੍ਹਾਂ ਨੇ ਬੰਦ ਕਟਾਏ, ਜਿਨ੍ਹਾਂ ਨੇ ਗੁਰੂ ਹੁਕਮਾਂ ਦੇ ਉੱਤੇ ਪਹਿਰਾ ਦਿੱਤਾ, ਗੁਰੂ ਹੁਕਮਾਂ ਅੱਗੇ ਆਪਣੇ ਸੀਸ ਕੁਰਬਾਨ ਕੀਤੇ। ਉਹ ਸਾਰਾ ਇਤਿਹਾਸ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। ਉੱਥੇ ਪੰਥਕ ਸੰਸਥਾਵਾਂ ਨੂੰ ਵੀ ਯਾਦ ਕੀਤਾ ਜਾਂਦਾ ਹੈ। ਕੋਈ ਸਮਾਜ ਦੀ ਘਾੜਤ ਉਨੀ ਦੇਰ ਨਹੀਂ ਘੜੀ ਜਾਂਦੀ ਜਿੰਨੀ ਦੇਰ ਤੱਕ ਉਹ ਸੰਸਥਾਵਾਂ ਕੌਮਾਂ ਵਿੱਚ ਨਹੀਂ ਬਣਦੀਆਂ। ਸੰਸਥਾਵਾਂ ਕੌਮੀ ਭਵਿੱਖ ਘੜਦੀਆਂ ਹਨ, ਔਰ ਸੰਸਥਾਵਾਂ ਵਿੱਚ ਕੌਮੀ ਭਵਿੱਖ ਛੁਪਿਆ ਹੋਇਆ ਹੁੰਦਾ ਹੈ। ਇਹਨੂੰ ਸੰਸਥਾਵਾਂ ਕਹਿ ਲਈਏ, ਜਥੇਬੰਦੀ ਕਹਿ ਲਈਏ, ਇਹ ਇਉਂ ਕਹਿ ਸਕਦੇ ਹਾਂ, ਇਹ ਸੰਸਥਾਵਾਂ, ਇਹ ਜਥੇਬੰਦੀਆਂ ਕੌਮੀ ਭਵਿੱਖ ਨੂੰ ਸਾਂਭਦੀਆਂ ਵੀ ਹਨ, ਬਣਾਉਂਦੀਆਂ ਵੀ ਹਨ, ਸਾਂਭਦੀਆਂ ਵੀ ਹਨ, ਅਤੇ ਉਹਨੂੰ ਮੂਰਤੀਮਾਨ ਵੀ ਕਰਦੀਆਂ ਹਨ, ਪ੍ਰਗਟ ਵੀ ਕਰਦੀਆਂ ਹਨ। ਇਹ ਬੜਾ ਕਾਇਮ ਜਿਹਾ ਸ਼ਬਦਾਵਲੀ ਹੈ ਕਿ ਕੌਮੀ ਭਵਿੱਖ ਨੂੰ ਬਣਾਉਣਾ, ਸਾਂਭਣਾ ਤੇ ਪ੍ਰਗਟ ਕਰਨਾ। ਤੋ ਸੰਸਥਾਵਾਂ ਦੇ ਜਥੇਬੰਦੀ ਦਾ ਮੁੱਢਲਾ ਅਸੂਲ ਜੋ ਹੁੰਦਾ ਹੈ, ਉਹ ਸੰਸਥਾਵਾਂ ਐਵੇਂ ਨਹੀਂ ਬਣਦੀਆਂ। ਇੱਥੇ ਤਿਆਗ ਹੁੰਦਾ ਹੈ। ਨਿੱਜੀ ਵਿਚਾਰ ਕੁਝ ਵੀ ਹੋਣ, ਪਰ ਜਥੇਬੰਦੀ ਦੇ ਵਿਚਾਰਾਂ ਤੋਂ ਆਪਣੇ ਵਿਚਾਰਾਂ ਨੂੰ ਕੁਰਬਾਨ ਕਰਨਾ ਪੈਂਦਾ ਹੈ ਸੰਸਥਾ ਬਣਾਉਣ ਲਈ। ਤੋ ਇਹ ਜਿਹੜੇ ਤਖਤ ਸਾਹਿਬਾਨ ਹਨ, ਇਹ ਗੁਰਦੁਆਰੇ ਹਨ, ਇਹ ਚੌਂਕੀਆਂ, ਝੰਡੇ, ਬੁੰਗੇ, ਇਹ ਸਾਰੀਆਂ ਪੰਥਕ ਸੰਸਥਾਵਾਂ ਹਨ, ਜਿਨ੍ਹਾਂ ਨਾਲ ਪੰਥ ਦੀ ਜੁਗੋ ਜੁਗ ਅਟਲਤਾ ਜੁੜੀ ਹੋਈ ਹੈ। ਇਸ ਲਈ ਅਰਦਾਸ ਵਿੱਚ ਇਹਨਾਂ ਨੂੰ ਅਸੀਂ ਯਾਦ ਕਰਦੇ ਹਾਂ, ਯਾਦ ਕੀਤਾ ਜਾਂਦਾ ਹੈ। ਤੋ ਇਸ ਸ਼ਬਦਾਵਲੀ ਵਿੱਚ ਸਭ ਤੋਂ ਪਹਿਲਾ ਜ਼ਿਕਰ ਪੰਜਾਂ ਤਖਤਾਂ ਦਾ ਆਉਂਦਾ ਹੈ। ਤੋ ਤਖਤ ਦਾ ਅਰਥ ਰਾਜ ਸਿੰਘਾਸਨ ਹੁੰਦਾ ਹੈ। ਸਿੱਖ ਸ਼ਬਦਾਵਲੀ ਵਿੱਚ ਉਹ ਸਥਾਨ ਹੈ ਜਿੱਥੇ ਗੁਰੂ ਸਾਹਿਬਾਨ ਬਿਰਾਜ ਕੇ ਸਿੱਖ ਪੰਥ ਨੂੰ ਦੁਨਿਆਵੀ ਕਾਰਜ ਦੀ ਜਾਂ ਸਿੱਖ ਪੰਥ ਦੇ ਦੁਨਿਆਵੀ ਕਾਰਜ ਦੀ ਨਿਗਰਾਨੀ ਕਰਦੇ ਸਨ,
ਜਿੱਥੋਂ ਸਿੱਖ ਸੰਗਤਾਂ ਦੇ ਨਾਮ ਤੇ ਹੁਕਮਨਾਮੇ ਜਾਰੀ ਕੀਤੇ ਜਾਂਦੇ ਸਨ। ਇੱਥੇ ਪੰਥਕ ਮਾਮਲਿਆਂ ਤੇ ਮਸਲਿਆਂ ਤੇ ਵਿਚਾਰਾਂ ਹੁੰਦੀਆਂ ਹਨ। ਆਪਸੀ ਝਗੜਿਆਂ ਦੇ ਧਰਮ ਨਿਆਂ ਨਾਲ ਫੈਸਲੇ ਹੁੰਦੇ ਹਨ। ਇਹ ਸੰਸਥਾ ਦਾ ਅਧਿਕਾਰ ਖੇਤਰ ਹੈ। ਕੀ ਵਾਪਰ ਰਿਹਾ ਹੈ, ਕੀ ਹੋ ਰਿਹਾ ਹੈ, ਇਹ ਸਾਡੀ ਕਮਜ਼ੋਰੀ ਦਾ ਨਤੀਜਾ ਹੈ। ਪਰ ਪੰਥਕ ਜਿਹੜੇ ਸੰਸਥਾਵਾਂ ਹਨ, ਇਹਨਾਂ ਦਾ ਏਮ ਨਿਸ਼ਾਨਾ ਜੋ ਹੈ ਉਹ ਮੈਂ ਆਪ ਜੀ ਨਾਲ ਸਾਂਝਾ ਕਰ ਰਿਹਾ ਹਾਂ। ਅੱਜ ਮੌਜੂਦਾ ਸਮੇਂ ਵਿੱਚ ਜੋ ਕੁਝ ਵਾਪਰ ਰਿਹਾ ਹੈ, ਜੋ ਕੁਝ ਹੋ ਰਿਹਾ ਹੈ, ਉਹ ਸਾਡੀਆਂ ਕਮਜ਼ੋਰੀਆਂ ਹਨ। ਅਸੀਂ ਇਹਨਾਂ ਸੰਸਥਾਵਾਂ ਨੂੰ ਪੂਰੀ ਤਰ੍ਹਾਂ ਸੰਭਾਲ ਨਹੀਂ ਸਕੇ। ਪਰ ਇਹਨਾਂ ਸੰਸਥਾਵਾਂ ਦਾ ਜੋ ਮਕਸਦ ਹੈ ਉਹ ਅਸੀਂ ਸਿੱਖ ਰਹਿਤ ਮਰਿਆਦਾ ਵਿੱਚ ਦਰਜ ਕੀਤਾ ਗਿਆ ਕਿ ਸਿੱਖਾਂ ਦਾ ਮਾਮਲਾ ਸਿੱਖਾਂ ਵਿੱਚ ਹੀ ਨਿਬੜੇ। ਤੋ ਇੱਥੇ ਇੱਕ ਬੜੀ ਖੂਬਸੂਰਤ ਗੱਲ ਲਿਖੀ ਹੈ ਭਾਈ ਚੰਪਾ ਸਿੰਘ ਜੀ ਨੇ ਕਿ ਸਿੱਖਾਂ ਦਾ ਮਾਮਲਾ ਸਿੱਖਾਂ ਵਿੱਚ ਹੀ ਨਿਬੜੇ, ਜੋ ਹਾਕਮ ਪਾਸ ਜਾਵੇ ਸੋ ਤਨਖਾਹੀਆ। ਭਾਈ ਸਾਹਿਬ ਭਾਈ ਚੰਪਾ ਸਿੰਘ ਜੀ ਦੇ ਰਹਿਤਨਾਮੇ ਵਿੱਚ ਇਹ ਸ਼ਬਦ ਮਿਲਦੇ ਹਨ। ਤੋ ਹਾਕਮਾਂ ਪਾਸ ਜਾਂ ਅਦਾਲਤਾਂ ਵਿੱਚ ਝਗੜੇ ਲਿਜਾਣੇ ਉਹਦੀ ਨਿਖੇਧੀ ਕੀਤੀ ਗਈ ਹੈ ਜਾਂ ਮਨਾਹੀ ਕੀਤੀ ਗਈ ਹੈ। ਪਰ ਜੋ ਹੋ ਰਿਹਾ ਉਸ ਵਾਕਈ ਸ਼ਰਮ ਵਾਲੀ ਗੱਲ ਹੈ ਕਿ ਸਾਡੇ ਹਰ ਗੁਰਦੁਆਰਾ ਸਾਹਿਬ ਦੇ ਮੁਕੱਦਮੇ ਅਦਾਲਤਾਂ ਵਿੱਚ ਅੱਜ ਚੱਲਦੇ ਨਜ਼ਰ ਆਉਂਦੇ ਹਨ। ਲਗਭਗ, ਹਾਰ ਦਾ ਮਤਲਬ ਲਗਭਗ, ਬਹੁਤ ਗਿਣਤੀ ਹੈ ਜਿਹਨਾਂ ਦੇ ਮੁਕੱਦਮੇ ਧੜੇਬੰਦੀ ਅਦਾਲਤਾਂ ਵਿੱਚ ਚਲੀ ਜਾਂਦੀ ਹੈ। ਤੋ ਇੱਥੇ ਤਖਤਾਂ ਤੇ ਸੰਗਤਾਂ ਸ਼ਸਤਰ ਲਿਆਉਂਦੀਆਂ। ਪਹਿਲਾ ਤਖਤ ਜਦੋਂ ਬਣਿਆ, ਪਹਿਲਾ ਐਲਾਨ ਸੀ, ਅੱਜ ਤੋਂ ਮੇਰੀ ਭੇਟਾ ਚੰਗਾ ਸ਼ਸਤਰ ਤੇ ਚੰਗੀ ਜਵਾਨੀ ਹੋਵੇਗੀ। ਮੇਰੀ ਖੁਸ਼ੀ ਲੈਣੀ ਹੈ, ਕਸਰਤਾਂ ਕਰੋ, ਘੋੜਸਵਾਰੀ ਸਿੱਖੋ, ਨੇਜ਼ਾਬਾਜ਼ੀ ਸਿੱਖੋ। ਕਮਜ਼ੋਰੀ ਇੱਕ ਕੌਮੀ ਗੁਨਾਹ ਹੈ, ਉਸ ਨੂੰ ਕਦੇ ਮਾਫ ਨਹੀਂ ਕੀਤਾ ਜਾ ਸਕਦਾ। ਕਮਜ਼ੋਰੀ ਇੱਕ ਕੌਮੀ ਗੁਨਾਹ ਹੈ, ਉਹਨੂੰ ਕਦੇ ਮਾਫ ਨਹੀਂ ਕੀਤਾ ਜਾ ਸਕਦਾ। ਤੇ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਐਲਾਨ ਕੀਤਾ ਸੀ, ਮੌਤ ਤੋਂ ਡਰ ਇਸ ਵਾਸਤੇ ਲੱਗਦਾ ਹੈ ਕਿ ਜੀਵਨ ਦਾ ਆਨੰਦ ਨਹੀਂ ਆਇਆ, ਪਰ ਜਦੋਂ ਕਦਮ ਉੱਚੇ ਕਰਕੇ ਚੱਲਣ ਦੀ ਜਾਚ ਆ ਜਾਏਗੀ, ਸਿਰ ਉੱਚਾ ਚੁੱਕ ਕੇ ਚੱਲਣ ਦੀ ਜਾਚ ਆ ਜਾਏਗੀ, ਮੌਤ ਤੁਹਾਡੇ ਕਦਮਾਂ ਨੂੰ ਚੁੰਮੇਗੀ। ਅੱਜ ਮੈਂ ਤਲਵਾਰ ਇਸ ਲਈ ਪਹਿਨੀ ਹੈ, ਤੁਸੀਂ ਤਲਵਾਰ ਇਸ ਲਈ ਪਹਿਨਣੀ ਹੈ ਕਿ ਜ਼ਾਲਮ ਜ਼ੁਲਮ ਦੀ ਤਲਵਾਰ ਚਲਾਉਣੀ ਸਦਾ ਲਈ ਬੰਦ ਕਰ ਦੇਵੇ। ਪਹਿਲਾ ਐਲਾਨ ਹੈ ਅਕਾਲ ਤਖਤ ਜਦੋਂ ਬਣਾਇਆ ਗਿਆ। ਤੋ ਇੱਥੇ ਸੰਗਤਾਂ ਸ਼ਸਤਰ ਵੀ ਲੈ ਕੇ ਆਉਂਦੀਆਂ, ਭੇਟਾਵਾਂ ਵੀ ਲੈ ਕੇ ਆਉਂਦੀਆਂ। ਇੱਥੋਂ ਹੀ ਮੁਹਿੰਮਾਂ ਦੇ ਫੈਸਲੇ ਹੁੰਦੇ, ਮੁਹਿੰਮਾਂ ਚੜ੍ਹਦੀਆਂ। ਤੋ ਇਹਨਾਂ ਦੀ ਰਾਖੀ ਲਈ ਕੁਰਬਾਨੀਆਂ ਵੀ ਹੋਈਆਂ। ਬਾਬਾ ਗੁਰਬਖਸ਼ ਸਿੰਘ ਵਰਗੇ ਮਹਾਨ ਜਰਨੈਲ ਕੇਵਲ 30 ਸਿੰਘਾਂ ਦੇ ਨਾਲ ਲੜਦੇ ਲੜਦੇ ਜੂਝਦੇ ਇੱਥੇ ਸ਼ਹੀਦ ਹੋਏ। ਇਹਨਾਂ ਤਖਤਾਂ ਦੀ ਪੈਰੋਕਾਰੀ ਕਰਦੇ ਹੋਏ, ਇਹਨਾਂ ਦੀ ਰਾਖੀ ਕਰਦੇ ਹੋਏ ਇਹ ਇੱਥੇ ਸ਼ਹਾਦਤਾਂ ਵੀ ਦਿੱਤੀਆਂ। ਤੋ ਇੱਥੇ ਇਹ ਕਹਿ ਸਕਦੇ ਹਾਂ ਕਿ ਸਰਕਾਰੀ ਤਖਤ ਦੇ ਬਰਾਬਰ ਸਿੱਖਾਂ ਦਾ ਇੱਕ ਆਪਣਾ ਤਖਤ ਹੈ। ਇਸੇ ਵਾਸਤੇ ਉੱਥੇ ਕਿਹਾ ਗਿਆ ਵੀ ਸਿੱਖਾਂ ਦੇ ਫੈਸਲੇ ਸਿੱਖਾਂ ਵਿੱਚ ਹੀ ਕੀਤੇ ਜਾਣ। ਔਰ ਇਹ ਤਖਤ ਸਮੁੱਚੇ ਪੰਥ ਦੇ ਇੱਕ ਕੇਂਦਰ ਹਨ, ਇੱਕ ਸੈਂਟਰ ਬਿੰਦੂ ਹਨ ਸਮੁੱਚੇ ਪੰਥ ਦੇ। ਇਹ ਖਾਲਸੇ ਉੱਤੇ ਅਕਾਲ ਪੁਰਖ ਤੋਂ ਛੁੱਟ ਹੋਰ ਕਿਸੇ ਦੀ ਮਾਲਕੀ ਤਸਲੀਮ ਨਹੀਂ ਕਰਦੇ, ਕਿਉਂਕਿ ਖਾਲਸਾ ਅਕਾਲ ਪੁਰਖ की फौज है। ਪ੍ਰਗਟਿਓ ਖਾਲਸਾ परमात्म की मौज है। ਇਹ परमात्म ਦੀ ਮੌਜ ਵਿੱਚੋਂ ਪੈਦਾ ਹੋਇਆ ਅਕਾਲ ਪੁਰਖੀ ਖਾਲਸਾ ਹੈ। ਤੇ ਇਹ ਮਾਲਕੀ ਵੀ ਇਹਦੇ ਉੱਤੇ ਇੱਕ ਅਕਾਲ ਪੁਰਖ ਦੀ ਹੈ, ਕਿਉਂਕਿ ਉਹ ਇੱਕ ਅਕਾਲ ਪੁਰਖ ਦੇ ਘਰੋਂ ਪ੍ਰਗਟ ਹੋਇਆ ਖਾਲਸਾ। ਇਸ ਲਈ ਹਰ ਕਾਰਜ ਲਈ ਉਸ ਨੂੰ ਅਕਾਲ ਪੁਰਖ ਤੋਂ ਹੀ ਹੁਕਮ ਜਾਂ ਆਗਿਆ ਅਸੀਂ ਲੈਂਦਾ ਹੈ, ਜਾਂ ਅੱਗੇ ਉਹਦੇ ਬੇਨਤੀ ਕਰਦਾ ਹੈ। ਹੁਕਮ ਜਾਂ ਆਗਿਆ ਲੈਣ ਦਾ ਮਤਲਬ ਬੇਨਤੀ ਕਰਨਾ। ਤਖਤ ਉਹ ਕੇਂਦਰ ਹਨ ਜਿੱਥੋਂ ਸਾਰੇ ਕਾਰਜਾਂ ਲਈ ਗੁਰਮਤਿ ਦੇ ਰੂਪ ਵਿੱਚ ਗੁਰੂ ਦਾ ਹੁਕਮ ਪ੍ਰਾਪਤ ਹੁੰਦਾ ਹੈ।
ਜਿਹੜੇ ਪੰਥਕ ਕਾਰਜ ਹਨ ਉਹਨਾਂ ਦੇ ਲਈ ਗੁਰੂ ਦਾ ਹੁਕਮ ਪ੍ਰਾਪਤ ਹੁੰਦਾ ਹੈ। ਗੁਰਮਤਾ ਦਾ ਅਰਥ ਗੁਰਮਤ ਅਨੁਸਾਰ ਕੀਤਾ ਹੋਇਆ ਫੈਸਲਾ ਹੈ। ਪੁਰਾਤਨ ਸਮੇਂ ਦੇ ਵਿੱਚ ਸੰਸਾਰਕ ਤੇ ਧਾਰਮਿਕ ਕਾਰਜਾਂ ਨੂੰ ਆਰੰਭ ਕਰਨ ਤੋਂ ਪਹਿਲਾਂ ਸਿੰਘ ਸੰਗਤ ਵੀ ਸਲਾਹ ਕਰਦੇ ਸਨ। ਗੁਰੂ ਨਿਯਮਾਂ ਅਨੁਸਾਰ ਸਾਰੇ ਦੀਵਾਨ ਦੀ ਜੋ ਸਹਿਮਤੀ ਹੁੰਦੀ ਉਸ ਨੂੰ ਗੁਰਮਤਾ ਕਿਹਾ ਜਾਂਦਾ ਸੀ। ਸੰਗਤ ਵਿੱਚ ਹਰ ਕਿਸੇ ਨੂੰ ਰਾਏ ਦੇਣ ਦਾ ਅਧਿਕਾਰ ਹੁੰਦਾ ਸੀ। ਸਭ ਦੇ ਪੱਖ ਸੁਣ ਕੇ ਨਿਰਪੱਖ ਪੰਜ ਪਿਆਰੇ ਗੁਰੂ ਨਿਯਮਾਂ ਅਨੁਸਾਰ ਸੋ ਸੰਗਤ ਵਿੱਚੋਂ ਹੀ ਚੁਣੇ ਜਾਂਦੇ, ਜੋ ਉਹ ਫਿਰ ਰਾਏ ਦਿੰਦੇ ਉਹਨੂੰ ਗੁਰਮਤਾ ਕਿਹਾ ਜਾਂਦਾ ਸੀ। ਸਰਬੱਤ ਖਾਲਸੇ ਦੇ ਗੁਰਮਤੇ ਅਕਾਲ ਤਖਤ ਸਾਹਿਬ ਦੇ ਦੀਵਾਨ ਵਿੱਚ ਖਾਸ ਕਰਕੇ ਦੀਵਾਲੀ ਦੇ ਨੇੜੇ ਤੇੜੇ ਅਤੇ ਕੇਸਗੜ੍ਹ ਸਾਹਿਬ ਹੋਲੇ ਮਹੱਲੇ ਦੇ ਸਮੇਂ ਤੇ ਇਹ ਦੀਵਾਨ ਅਕਸਰ ਹੋਇਆ ਕਰਦੇ ਸਨ। ਗੁਰਮਤੇ ਨੂੰ ਸਾਰੇ ਪ੍ਰਵਾਨ ਕਰਦੇ, ਜੇਕਰ ਕੋਈ ਇਸ ਦੀ ਉਲੰਘਣਾ ਕਰਦਾ ਤਾਂ ਉਹਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ। ਭਾਵੇਂ ਗੁਰਮਤੇ ਹੁਕਮਨਾਮਾ ਨਹੀਂ ਸਨ ਹੁੰਦੇ, ਇਹਨਾਂ ਨੂੰ ਵੀ ਹੁਕਮਨਾਮੇ ਜਾਂ ਸਤਿਕਾਰ ਦਿੱਤਾ ਜਾਂਦਾ ਸੀ। ਹੁਕਮਨਾਮੇ ਨਹੀਂ ਸਨ ਹੁੰਦੇ, ਪਰ ਹੁਕਮਨਾਮੇ ਜਾਂ ਸਤਿਕਾਰ ਦਿੱਤਾ ਜਾਂਦਾ ਸੀ। ਤੋ ਇਹ ਜਿਹੜੇ ਗੁਰਮਤਿਆਂ ਕਰਨ ਦੀ ਰਵਾਇਤ ਹੈ, ਇਹ ਸਿੱਖਾਂ ਵਿੱਚ ਗੁਰੂ ਕਾਲ ਤੋਂ ਹੀ ਚੱਲਦੀ ਆਉਂਦੀ ਹੈ। ਅੱਜ ਕੱਲ੍ਹ ਖਾਲਸਾ ਪੰਥ ਦੇ 5 ਤਖਤ ਹਨ। ਪਹਿਲਾਂ 4 ਤਖਤ ਹੁੰਦੇ ਸਨ। ਅਕਾਲ ਬੁੰਗਾ ਜਾਂ ਅਕਾਲ ਤਖਤ ਅੰਮ੍ਰਿਤਸਰ ਸਾਹਿਬ, ਇਹਦਾ ਨਾਮ ਪਹਿਲਾਂ ਅਕਾਲ ਬੁੰਗਾ ਰੱਖਿਆ ਗਿਆ ਸੀ। ਤਖਤ ਹਰਿਮੰਦਰ ਸਾਹਿਬ ਪਟਨਾ ਸਾਹਿਬ, ਤਖਤ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ, ਤਖਤ ਅਬਚਲ ਨਗਰ ਜਾਂ ਹਜੂਰ ਸਾਹਿਬ ਨੰਦੇੜ, ਤੇ ਪੁਰਾਤਨ ਕੁਝ ਇਤਿਹਾਸਕ ਹਵਾਲੇ ਮਿਲਦੇ ਹਨ ਜਿੱਥੋਂ ਇਹ ਥੋੜੀ ਜਿਹੀ ਝਲਕ ਜੀ ਨਜ਼ਰ ਆਉਂਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੇ ਸਾਬੋ ਕੀ ਤਲਵੰਡੀ, ਜਿੱਥੇ ਤਖਤ ਅੱਜ ਦਮਦਮਾ ਸਾਹਿਬ ਹੈ, ਉੱਥੇ ਵੀ ਇਹ ਰਵਾਇਤ ਹੁਕਮਨਾਮੇ ਉੱਥੋਂ ਵੀ ਹੁਕਮ ਜਾਰੀ ਕੀਤੇ ਗਏ ਹਨ। ਇੱਥੋਂ ਕੁਝ ਸਾਨੂੰ ਇਸ ਪੁਰਾਤਨ ਹਵਾਲਿਆਂ ਤੋਂ ਗੱਲ ਸਮਝ ਆਉਂਦੀ ਹੈ। 4 ਤਖਤਾਂ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਤਿਆਰ ਕਰਵਾਏ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੀਆਂ 4 ਕਾਪੀਆਂ, 4 ਪਿਰਤਾਂ ਅਸੀਂ ਕਹਿ ਸਕਦੇ ਹਾਂ, ਭਜਵਾਈਆਂ ਗਈਆਂ ਤੇ ਉਹਦਾ ਭਾਈ ਗਿਆਨ ਸਿੰਘ ਨੇ ਗਿਆਨੀ ਪੰਥ ਪ੍ਰਕਾਸ਼ ਦੇ ਵਿੱਚ ਜ਼ਿਕਰ ਕੀਤਾ ਹੈ। ਜੋ ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ ਦਾ, ਮੈਂ ਇਹ ਬੇਨਤੀ ਕਰਦਿਆਂ, ਇਹ ਗ੍ਰੰਥ ਸਮੁੱਚੇ ਤੌਰ ਤੇ ਗੁਰਮਤ ਅਨੁਸਾਰੀ ਨਹੀਂ ਹਨ, ਪਰ ਇਹਨਾਂ ਗ੍ਰੰਥਾਂ ਦੇ ਵਿੱਚ ਇਤਿਹਾਸਕ ਹਵਾਲੇ ਬਹੁਤ ਮਿਲਦੇ ਹਨ। ਤੋ ਇਹਨਾਂ ਗ੍ਰੰਥਾਂ ਨੂੰ ਪੜ੍ਹਨ ਲੱਗਿਆ ਖਾਸ ਕਰਕੇ ਸਿੱਖ ਨੂੰ ਆਪਣੀ ਨਜ਼ਰ ਬੜੀ ਡੂੰਘੀ ਕਰਨੀ ਪੈਂਦੀ ਹੈ, ਤਦ ਕਿ ਇਹਨੂੰ ਗੁਰਮਤ ਦੀ ਕਸਵੱਟੀ ਦੇ ਜੋ ਉਤਰਦੇ ਹੋਏ ਸਿਧਾਂਤ ਹਨ ਉਹਨਾਂ ਨੂੰ ਅਪਣਾਇਆ ਜਾ ਸਕੇ, ਤੇ ਜਿਹੜੀਆਂ ਕੋਲੋਂ ਲਿਖੀਆਂ ਹੋਈਆਂ ਗੱਲਾਂ ਹਨ ਉਹਨਾਂ ਨੂੰ ਇੱਕ ਪਾਸੇ ਕੀਤਾ ਜਾ ਸਕੇ। ਤੋ ਸਾਰੇ ਗ੍ਰੰਥ ਨੂੰ ਰਿਜੈਕਟ ਕਰ ਦੇਣਾ ਜਾਂ ਸਾਰੇ ਗ੍ਰੰਥ ਨੂੰ ਪ੍ਰਵਾਨ ਕਰ ਲੈਣਾ ਇਹ ਮੁਮਕਿਨ ਨਹੀਂ ਹੈ। ਚਾਹੀਦਾ ਤਾਂ ਅੱਜ ਮੌਜੂਦਾ ਪੰਥ ਨੂੰ ਚਾਹੀਦਾ ਸੀ ਕਿ ਇਹਦੇ ਵਿੱਚੋਂ ਕੁਝ ਸਿਧਾਂਤਕ ਚੀਜ਼ਾਂ ਕੱਢ ਕੇ ਬਾਕੀ ਨੂੰ ਇੱਕ ਪਾਸੇ ਕਰ ਦਿੱਤਾ ਜਾਂਦਾ, ਔਰ ਗੁਰੂ ਘਰਾਂ ਵਿੱਚ, ਗੁਰਦੁਆਰਿਆਂ ਵਿੱਚ ਉਹਨਾਂ ਦੀ ਹੀ ਕਥਾ ਕੀਤੀ ਜਾਂਦੀ ਜੋ ਗੁਰਮਤ ਦੀ ਕਸਵੱਟੀ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ, ਗੁਰਬਾਣੀ ਦੀ ਕਸਵੱਟੀ ਤੇ ਪੂਰੇ ਉਤਰਦੇ ਹਨ। ਇਹ ਕੰਮ ਬੜਾ ਵੱਡਾ ਹੈ ਜੋ ਪੰਥ ਦੇ ਗੁਚਰੇ ਖੜਾ ਹੈ। ਨਹੀਂ ਤਾਂ ਪੰਥ ਦੀ ਅਗਲੀ ਪੀੜ੍ਹੀ ਵਿੱਚ ਮਿਲਾਵਟਾਂ ਜੋ ਅੱਜ ਸਾਨੂੰ ਨਜ਼ਰ ਆਉਂਦੀਆਂ ਹਨ, ਉਹ ਵੀ ਕੁਝ ਇਹਨਾਂ ਵਿੱਚੋਂ ਹੀ ਸੇਧ ਉੱਥੇ ਦਿੱਤੀ ਗਈ ਹੈ। ਤਾਂ ਮੈਂ ਇਹਨਾਂ ਗ੍ਰੰਥਾਂ ਦੀ ਪੂਰੀ ਤਰ੍ਹਾਂ ਪ੍ਰੋੜਤਾ ਨਹੀਂ ਕਰ ਰਿਹਾ, ਲੇਕਿਨ ਇਤਿਹਾਸਕ ਹਵਾਲੇ ਜਿਹੜੇ ਹਨ ਉਹ ਇਹਨਾਂ ਗ੍ਰੰਥਾਂ ਤੋਂ ਜਿਹੜੇ ਲੈਣੇ ਬਣਦੇ ਹਨ। ਗਿਆਨੀ ਗਿਆਨ ਸਿੰਘ ਜੀ ਉਹਦੇ 'ਚ ਲਿਖਦੇ ਨੇ, ਔਰ 4 ਤਿਸ ਪਰਤੇ ਭੇ ਦੀਪ ਸਿੰਘ ਸ਼ਹੀਦ ਲਿਖਵੇ, ਇੱਕ ਅਕਾਲ ਬੁੰਗੇ ਦੀ ਪਟਨਾ, ਤ੍ਰਿਤੀ ਹਜੂਰ ਸਾਹਿਬ ਦੀ ਉਹ ਹਿਤ ਪਵਨੇ, ਚੌਥਰਸ ਰਾਖਿਓ ਦਮਦਮੇ ਮਾਹੇ। ਇੱਥੇ ਵੀ ਹਵਾਲਾ ਦਿੱਤਾ ਜਾਂਦਾ ਹੈ ਵੀ ਇੱਕ ਜਿਹੜਾ ਤਖਤ ਦਮਦਮਾ ਸਾਹਿਬ ਵਿਖੇ ਵੀ ਉਹ ਸਰੂਪ ਜਿਹੜਾ ਸੀ ਇੱਕ ਰੱਖਿਆ ਗਿਆ, ਜਿਹੜੇ ਉਤਾਰੇ ਹੋਏ ਸਨ ਜਾਂ ਉਤਾਰੇ ਕੀਤੇ ਸਨ, ਜੋ ਭਾਈ ਮਨੀ ਸਿੰਘ ਜੀ ਨੇ ਦੁਆਰਾ ਲਿਖਿਆ ਗਿਆ, ਔਰ ਭਾਈ ਬਾਬਾ ਦੀਪ ਸਿੰਘ ਜੀ ਨੇ ਜਿਨ੍ਹਾਂ ਦੇ ਉਤਾਰੇ ਕੀਤੇ। ਤਾਂ ਇੱਥੇ ਉਹ ਗੱਲਾਂ ਵੀ
ਲਿਖੀ ਹੋਈ ਮਿਲਦੀ ਹੈ, ਜੋ ਗਿਆਨੀ ਗਿਆਨ ਸਿੰਘ ਨੇ ਇਹ ਪੰਥ ਪ੍ਰਕਾਸ਼ ਦੇ ਵਿੱਚ ਸਾਨੂੰ ਦਰਜ ਕੀਤੀ ਹੈ। ਤੋਂ ਇਤਿਹਾਸਕ ਹਵਾਲਿਆਂ ਤੋਂ ਇਹ ਗੱਲ ਪਤਾ ਲੱਗਦੀ ਹੈ ਕਿ ਪਿਛਲੇ ਸਮਿਆਂ ਵਿੱਚ 4 ਤਖਤ ਹੀ ਸੀਮਤ ਸਨ, ਪਰ 5ਵਾਂ ਤਖਤ ਜੋ ਗੁਰੂ ਸਾਹਿਬ ਤੋਂ ਬਾਅਦ ਗੁਰੂ ਖਾਲਸੇ ਨੇ ਆਪ ਸਥਾਪਿਤ ਕੀਤਾ, ਇਉਂ ਹੁਣ 5 ਤਖਤ ਹੋ ਗਏ। ਪਰ ਚੌਹਾਂ ਦਾ ਭੁਲੇਖਾ ਬੜੀ ਦੇਰ ਚੱਲਦਾ ਰਿਹਾ। ਦਮਦਮਾ ਸਾਹਿਬ ਨੂੰ ਲਿਸਟ ਤੋਂ ਬਾਹਰ ਰੱਖਿਆ ਗਿਆ। ਪਰ ਜੇ ਅਸੀਂ ਇਹ ਦੇਖੀਏ ਕਿ ਪਿਛਲੇ ਤਕਰੀਬਨ ਮੈਨੂੰ ਸੰਨ ਤਾਂ ਇਸ ਵੇਲੇ ਯਾਦ ਨਹੀਂ ਹੈ ਕਿ ਕਿਹੜੇ ਸਾਲ 'ਚ ਤਖਤ ਦਮਦਮਾ ਸਾਹਿਬ ਨੂੰ ਮਾਨਤਾ ਮਿਲੀ ਤੇ ਕਿੰਨੀ ਦੇਰ ਬਾਅਦ ਇਹ ਮਿਲੀ, ਇਹ ਮੈਨੂੰ ਸੰਨ ਪੂਰਾ ਯਾਦ ਨਹੀਂ ਹੈ, ਜੋ ਮੈਂ ਆਪ ਜੀ ਨਾਲ ਸਾਂਝਾ ਨਹੀਂ ਕਰ ਸਕਦਾ। ਤਾਂ 5 ਤਖਤਾਂ ਵਿੱਚੋਂ ਸਭ ਤੋਂ ਪਹਿਲਾ ਤਖਤ ਸਾਡਾ ਅਕਾਲ ਤਖਤ ਹੈ। ਇਹ ਤਖਤ ਦਾ ਪਹਿਲਾ ਨਾਮ ਅਕਾਲ ਬੁੰਗਾ ਸੀ। ਇਹ ਤਖਤ ਦਾ ਪਹਿਲਾ ਨਾਮ ਜਿਹੜਾ ਹੈ ਅਕਾਲ ਬੁੰਗਾ ਸੀ। ਇਹਦੇ ਵੀ ਹਵਾਲੇ ਜਿਹੜੇ ਸਾਨੂੰ ਮਿਲਦੇ ਹਨ। ਜਿਹੜੀ ਪਿਛਲੇ ਹਵਾਲੇ ਸਾਨੂੰ ਇਤਿਹਾਸ 'ਚੋਂ ਮਿਲਦੇ ਨੇ, ਜਿੱਥੇ ਬੁੰਗਿਆਂ ਬਾਰੇ ਚਰਚਾ ਕੀਤੀ ਗਈ ਹੈ, ਉਹਨਾਂ ਦੇ ਨਾਮ ਜਿਹੜੇ ਸਾਨੂੰ ਇਤਿਹਾਸ ਵਿੱਚੋਂ ਮਿਲ ਜਾਂਦੇ ਹਨ। ਅਕਾਲ ਬੁੰਗਾ ਦਾ ਨਾਮ ਆਮ ਹੀ ਪ੍ਰਚਲਿਤ ਮੰਨਿਆ ਜਾਂਦਾ ਸੀ ਔਰ ਕਿਹਾ ਜਾਂਦਾ ਸੀ। ਅੱਗੋਂ ਜਾ ਕੇ ਜੁਗੋ ਅਟਲ ਜਿਹੜਾ ਆਏਗਾ, ਉਹਦੇ 'ਚ ਆਪਾਂ ਇਹਦੇ ਵਿਚਾਰ ਕਰਾਂਗੇ। ਇਹ ਤਖਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਅੰਮ੍ਰਿਤਸਰ ਦੇ ਵਿੱਚ ਆਪ ਤਿਆਰ ਕਰਵਾਇਆ। ਇਤਿਹਾਸਕਾਰ ਇਹ ਵੀ ਲਿਖਦੇ ਨੇ ਵੀ ਬਾਬਾ ਬੁੱਢਾ ਜੀ ਔਰ ਭਾਈ ਗੁਰਦਾਸ ਜੀ ਨੇ ਇਹਦੀ ਸਾਰੀ ਉਸਾਰੀ ਆਪ ਕੀਤੀ। ਇਹ ਸ਼ਾਹੀ ਤਖਤ ਹੈ, ਰਾਜ ਸਿੰਘਾਸਨ ਦੇ ਰੂਪ ਵਿੱਚ ਤਿਆਰ ਕੀਤਾ ਗਿਆ। ਪਰ ਇੱਕ ਗੱਲ ਬੜੀ ਕਮਾਲ ਦੀ ਹੈ ਇੱਥੇ, ਵੀ ਜਦੋਂ ਅਸੀਂ ਜਿੱਥੇ ਬੈਠ ਕੇ ਅੱਜ ਹੁਕਮਨਾਮੇ ਜਾਰੀ ਕੀਤੇ ਜਾਂਦੇ ਹਨ, ਉਸ ਸਥਾਨ ਤੇ ਬੈਠਦੇ ਹਾਂ, ਤਾਂ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉੱਥੋਂ ਨਜ਼ਰ ਆਉਂਦਾ ਹੈ, ਭਾਵ ਪੂਰੀ ਤਰ੍ਹਾਂ ਦੇਖਿਆ ਜਾ ਸਕਦਾ ਹੈ। ਪਰ ਜਦੋਂ ਅਸੀਂ ਦਰਬਾਰ ਸਾਹਿਬ ਦੀ ਤਾਬਿਆ ਤੇ ਬੈਠਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਤੇ ਬੈਠਦੇ ਹਾਂ, ਉੱਥੋਂ ਅਕਾਲ ਤਖਤ ਦਾ ਥੜਾ ਨਜ਼ਰ ਨਹੀਂ ਆਉਂਦਾ। ਇੱਕ ਬੜੀ ਡੂੰਘੀ ਫਿਲਾਸਫੀ ਹੈ ਕਿ ਗੁਰੂ ਕੇ ਸਿੱਖਾ ਜਦੋਂ ਇਸ ਤਖਤ ਸਿੰਘਾਸਨ ਤੇ ਬੈਠਾ ਹੋਵੇ, ਇੱਥੇ ਬੈਠ ਕੇ ਫੈਸਲੇ ਨਿਆਂ ਦੇ ਹੋਣ ਔਰ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਤੋਂ ਬਿਨਾਂ ਇਹ ਫੈਸਲੇ ਨਾ ਹੋਣ। ਇਹਦਾ ਮਤਲਬ ਇਹ ਸੀ ਵੀ ਜਦੋਂ ਤੂੰ ਤਖਤ ਸਿੰਘਾਸਨ ਤੇ ਬੈਠਾ ਹੈ, ਤੇਰਾ ਰਾਜ ਭਾਗ ਜਾਂ ਤੇਰੇ ਫੈਸਲੇ ਗੁਰਮਰਿਆਦਾ ਗੁਰੂ ਪਰੰਪਰਾ ਅਨੁਸਾਰ ਹੋਣੇ ਚਾਹੀਦੇ ਹਨ। ਇੱਕ ਪਾਸੜ ਫੈਸਲੇ, ਇੱਕ ਪਾਖੀ ਫੈਸਲੇ, ਇਹ ਤੇ ਸਿੱਖ ਦਾ ਕੰਮ ਨਹੀਂ ਸੀ। ਇਸ ਕਰਕੇ ਇਹ ਸਿੱਖ ਤਖਤਾਂ ਦਾ ਕੰਮ ਵੀ ਨਹੀਂ ਸੀ। ਇਹ ਇੱਕ ਐਸੀ ਬੰਤਰ ਬਣਾਈ, ਤੇ ਜਦੋਂ ਦਰਬਾਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਤਾਬਿਆ ਬੈਠਾ ਹੋਵੇ, ਫਿਰ ਗੁਰੂ ਕਰਦਿਆਂ ਤੈਨੂੰ ਰਾਜ ਭਾਗ ਦਾ ਚਿੱਤ ਵਿੱਚ ਵੀ ਨਾ ਆਵੇ, ਉਹ ਅਕਾਲ ਤੇਰੇ ਚਿੱਤ ਵਿੱਚ ਹੋਵੇ। ਤਾਂ ਇਹ ਇੱਕ ਬੜੀ ਡੂੰਘੀ ਫਿਲਾਸਫੀ ਹੈ ਤਖਤ ਦੀ ਉਸਾਰੀ ਦੀ, ਜਿਹੜੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ, ਦੇਖੋ 3 ਚੀਜ਼ਾਂ ਸਾਨੂੰ ਮਿਲਦੀਆਂ ਹਨ। ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਹੁੰਦੀ ਹੈ, ਸਾਨੂੰ ਸ਼੍ਰੀ ਅਕਾਲ ਤਖਤ ਸਾਹਿਬ ਮਿਲਦਾ, ਅਕਾਲ ਬੁੰਗਾ ਮਿਲਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਹੈ, ਸਾਨੂੰ ਅਕਾਲ ਤਖਤ ਦਾ ਵਾਰਸ ਖਾਲਸਾ ਪੰਥ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ, ਜਿਹਨੇ ਅਕਾਲ ਤਖਤ ਨੂੰ ਸਾਂਭਣਾ ਹੈ, ਪੰਥ ਦੇ ਵਾਰਸ ਦੇ ਰੂਪ ਵਿੱਚ, ਜਿਹਨੂੰ ਫਿਰ ਬਾਅਦ ਵਿੱਚ ਗੁਰੂ ਪੰਥ ਕਹਿ ਕੇ ਸਨਮਾਨਿਆ ਜਾਂਦਾ ਹੈ। ਇਹ ਸ਼ਹਾਦਤਾਂ ਵਿੱਚੋਂ ਵੀ ਸਾਨੂੰ ਕੁਝ ਨਾ ਕੁਝ ਨਿਕਲ ਕੇ ਸਾਡੇ ਸਾਹਮਣੇ ਆਉਂਦਾ ਹੈ। ਤੇ ਇਸ ਤਖਤ ਸਨ 1609 ਦੇ ਵਿੱਚ ਇਹ ਜਿਹੜਾ ਤਖਤ ਜਿਹੜਾ ਸੀ, ਇਹ ਬਣ ਕੇ ਤਿਆਰ ਹੋਇਆ। ਕੁਝ ਇਤਿਹਾਸਕਾਰਾਂ ਨੇ 1607 ਵੀ ਲਿਖਿਆ, ਕਈਆਂ ਨੇ 1608 ਵੀ ਲਿਖਿਆ, ਪਰ ਜੋ ਸਿੱਖ ਮਿਸ਼ਨਰੀ ਕਾਲਜ ਨੇ ਪੁਸਤਕਾਂ ਹਨ, ਉਹ 1609 ਸਨ ਜਿਹੜਾ ਹੈ ਉਹ ਦਿੱਤਾ ਗਿਆ ਹੈ। ਤੇ ਇਹ ਤਿਆਰ ਹੋਇਆ। ਇੱਥੇ ਸਤਿਗੁਰੂ ਜੀ 2 ਵੇਲੇ ਆਪ ਵਿਰਾਜਦੇ, ਸੰਗਤਾਂ ਆਪਦੇ ਦਰਬਾਰ ਦੀਆਂ ਹਾਜ਼ਰੀਆਂ ਭਰਦੀਆਂ, ਤੇ ਆਪਦੇ ਉਹ ਤਖਤ ਨਿਸ਼ਾਨੀ ਦੀ ਵਾਰਤਾ ਜਿਹੜੀ ਹੈ ਢਾਡੀ ਨੱਥੇ ਤੇ ਅਬਦੁੱਲੇ ਨੇ ਉਹ ਬਿਆਨ ਕੀਤੀ ਹੈ। ਨੱਥਾ ਤੇ ਅਬਦੁੱਲਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਬਾਰ ਦੇ ਢਾਡੀ ਸਨ, ਜੋ ਯੋਧਿਆਂ ਦੀਆਂ ਵਾਰਾਂ ਗਾ ਕੇ ਸੁਣਾਉਂਦੇ ਤੇ ਸਿੱਖਾਂ ਦੇ ਅੰਦਰ ਇੱਕ ਵੀਰ ਰਸ ਪੈਦਾ ਕਰਦੇ।
ਉਹਨਾਂ ਨੇ ਜਿਹੜੀ ਵਾਰ ਗਾਈ, ਸੱਚਾ ਤਖਤ ਸੁਧਾਇਓ ਸ਼੍ਰੀ ਗੁਰਬਾਏ ਕੇ, ਸ਼ਬ ਵਰਨੀ ਨਾ ਜਾਏ ਕਹੂੰ ਕਿਆ ਗਾਏ ਕੇ, ਰਬ ਸਸ ਭੇ ਮਲੀਨ ਸੁਦਰਸ ਦਿਖਾਏ ਕੇ, ਸ਼੍ਰੀ ਗੁਰੂ ਤਖਤ ਬਿਰਾਜੇ ਪ੍ਰਭੂ ਕੇ ਧਿਆਏ ਕੇ। ਉਹਦੀਆਂ ਵਾਰਤਾ ਇਸ ਤਰ੍ਹਾਂ ਦੀਆਂ ਹਨ, ਉਹਨਾਂ ਨੇ ਜੋ ਲਿਖਿਆ। ਅੱਗੇ ਜਾ ਕੇ ਉਹ ਕਹਿੰਦੇ ਨੇ, ਦੋ ਤਲਵਾਰਾਂ ਬੱਧੀਆਂ, ਇੱਕ ਮੀਰ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਤੇ ਆਖਰੀ ਜਾ ਕੇ ਉਹਨਾਂ ਨੇ ਕਿਹਾ, ਪੱਗ ਤੇਰੀ ਕੀ ਜਹਾਂਗੀਰ ਦੀ। ਮੇਰੇ ਮਾਲਕ ਸੱਚੇ ਪਾਤਸ਼ਾਹ, ਤੇਰੀ ਇਸ ਸ਼ੋਹਰਤ ਤੇ ਤੇਰੀ ਇਸ ਪੱਗ, ਤੇਰੀ ਇੱਜ਼ਤ ਦੇ ਸਾਹਮਣੇ ਬੇਲੇ ਦੇ ਬਾਦਸ਼ਾਹ ਦੀ ਕੀ ਕੀਮਤ ਹੈ। ਉਹ ਤਾਂ ਕੇਵਲ ਇੱਕ ਬਾਦਸ਼ਾਹ ਹੈ ਤੇ ਤੂੰ ਦਰਬਾਰ ਦਾ ਪਾਤਸ਼ਾਹ ਹੈ। ਉਹ ਬਾਦਸ਼ਾਹ ਹੈ, ਬਾਦਸ਼ਾਹ ਆਉਂਦੇ ਜਾਂਦੇ ਨੇ, ਉਹਨਾਂ ਦੀ ਸੋਚ ਵਿੱਚ ਮੈਲ ਹੋ ਸਕਦੀ ਹੈ, ਪਰ ਕਿਉਂਕਿ ਤੂੰ ਪੱਤ ਦਾ ਸ਼ਾਹ ਹੈ, ਤੇਰੇ ਇਸ ਦਰਬਾਰ ਦੇ ਅੰਦਰ, ਤੇਰੇ ਇਸ ਘਰ ਦੇ ਅੰਦਰ ਮੈਲ ਨਹੀਂ, ਸਗੋਂ ਨਿਮਰਤਾ, ਸਚਾਈ, ਪ੍ਰੇਮ ਔਰ ਗਲੇ ਨਾਲ ਲਾਉਣ ਦੀ ਮਰਿਆਦਾ ਹੈ। ਇਹ ਤਖਤ ਹੈ ਜਿਹੜਾ ਅਕਾਲ ਦਾ। ਹੌਲੀ ਹੌਲੀ ਇਹ ਤਖਤ ਪੰਥਕ ਜਥੇਬੰਦੀ ਦਾ ਕੇਂਦਰ ਬਣ ਗਿਆ। ਸਰਬੱਤ ਖਾਲਸੇ ਦੇ ਇਕੱਠ ਹੋਣ ਲੱਗੇ, ਇੱਥੇ ਗੁਰਮਤੇ ਕੀਤੇ ਜਾਣ ਲੱਗੇ, ਪੰਥਕ ਕਾਰਜਾਂ ਲਈ ਕਦਮ ਚੁੱਕਣ ਦੇ ਫੈਸਲੇ ਹੋਣ ਲੱਗੇ, ਕਿਉਂਕਿ ਇਸ ਤਖਤ ਦੇ ਮਾਲਕ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਆਪ ਮਾਲਕ ਹਨ। ਤੋ ਇਹ ਸਿੱਖ ਰਾਜ ਵੇਲੇ ਅਕਾਲੀ ਫੂਲਾ ਸਿੰਘ ਦੀ ਜਥੇਦਾਰੀ ਵਿੱਚ ਫੌਜ ਦੀ ਇੱਕ ਟੁਕੜੀ ਵੀ ਬਣਾਈ ਗਈ, ਜਿਸ ਨੂੰ ਅਕਾਲ ਰੈਜੀਮੈਂਟ ਕਹਿੰਦੇ ਸਨ। ਇਹ ਰੈਜੀਮੈਂਟ ਸ਼ਾਹੀ ਖਜ਼ਾਨੇ ਚੋਂ ਤਨਖਾਹ ਨਹੀਂ ਸੀ ਲੈਂਦੀ, ਸਗੋਂ ਖਾਲਸਾ ਕੌਮ ਦੇ ਉਸਦੇ ਆਦਰਸ਼ਾਂ ਦੀ ਰਾਖੀ ਲਈ ਕੌਮ ਵੱਲੋਂ ਸਥਾਪਿਤ ਕੀਤੀ ਗਈ ਸੀ। ਇਹ ਕੇਵਲ ਜਥੇਦਾਰ ਅਕਾਲ ਤਖਤ ਦੀ ਹੁਕਮਦਾਰੀ ਵਿੱਚ ਹੀ ਰਹਿੰਦੀ ਸੀ। ਇਹ ਜਿਹੜੀ ਰੈਜੀਮੈਂਟ ਮਹਾਰਾਜਾ ਰਣਜੀਤ ਸਿੰਘ ਨੇ, ਹਾਲਾਂਕਿ ਇਸ ਦੀ ਪ੍ਰਭੂ ਸੱਤਾ ਨੂੰ ਪ੍ਰਵਾਨ ਵੀ ਕੀਤਾ, ਵੇਲੇ ਦੀ ਮਜਬੂਰੀ ਹੋ ਸਕਦੀ ਹੈ, ਪਰ ਇਸੇ ਪ੍ਰਭੂ ਸੱਤਾ ਦੀ ਮਾਨਤਾ ਸਦਕੇ ਹੀ ਮਹਾਰਾਜਾ ਰਣਜੀਤ ਸਿੰਘ ਨੇ ਅਕਾਲ ਤਖਤ ਤੇ ਹਾਜ਼ਰ ਹੋ ਕੇ ਆਪਣੀ ਸਮਾਜਿਕ ਅਵਗਿਆ ਦੀ, ਧਾਰਮਿਕ ਅਵਗਿਆ ਦੀ ਜੋ ਉਹਨੇ ਕੀਤੀ, ਭੁੱਲ ਬਖਸ਼ਾਈ, ਕੋਰੜੇ ਖਾਂ ਤੱਕ ਦੀ ਸਜ਼ਾ ਨੂੰ, ਤਨਖਾਹ ਨੂੰ ਵੀ ਕਬੂਲ ਕਰ ਲਿਆ। ਕਿ ਇਹਦਾ ਮਤਲਬ ਇਹਦੀ ਸੁਪਰਮੇਸੀ ਜਿਹੜੀ ਹੈ ਇਹਨਾਂ ਚੀਜ਼ਾਂ ਤੋਂ ਸਾਡੇ ਸਾਹਮਣੇ ਆਉਂਦੀ ਹੈ। ਦੂਜਾ ਤਖਤ ਦਰਬਾਰ ਹਰਮੰਦਰ ਸਾਹਿਬ ਪਟਨਾ ਸਾਹਿਬ ਵਿਖੇ ਹੈ। ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਨਮ ਹੋਇਆ ਹੈ, ਜਨਮ ਸਥਾਨ ਹੈ। ਇਹਦੀ ਇਮਾਰਤ ਵੀ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਈ ਸੀ। ਪਹਿਲੀ ਇਮਾਰਤ ਇਹ ਇਮਾਰਤ ਬਣਵਾਈ ਸੀ ਮਹਾਰਾਜਾ ਰਣਜੀਤ ਸਿੰਘ ਨੇ। ਇਹ ਤਖਤ ਮੈਂ ਬੇਨਤੀ ਕਰ ਰਿਹਾ ਵੀ ਬਾਲ ਗੋਬਿੰਦ ਰਾਏ 3 ਸਾਲ ਦੇ ਹਨ, ਜ਼ਿਕਰ ਜ਼ਰੂਰੀ ਹੈ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਿੱਖ ਇੱਕ ਸ਼ਿਕਾਇਤ ਲੈ ਕੇ ਪਹੁੰਚਦੇ ਹਨ ਕਿ ਮਹਾਰਾਜ ਗੋਬਿੰਦ ਰਾਏ ਠੀਕ ਨਹੀਂ ਕਰ ਰਿਹਾ, ਹਕੂਮਤ ਦੀ ਸਵਾਰੀ ਲੰਘਦੀ ਹੈ, ਤੇ ਉਹ ਉਹਨਾਂ ਨੂੰ ਆਪਣੇ ਸਾਥੀਆਂ ਨਾਲ ਦੰਦੀਆਂ ਚੜਾਉਂਦੇ ਹਨ, ਹੱਸਦੇ ਹਨ, ਮਜ਼ਾਕ ਕਰਦੇ ਹਨ। ਹਕੂਮਤ ਦੇ ਹੱਥ ਬੜੇ ਲੰਬੇ ਹੁੰਦੇ ਹਨ, ਹਕੂਮਤ ਨਾਲ ਟੱਕਰ ਲੈਣੀ ਠੀਕ ਬਾਤ ਨਹੀਂ। ਕੁਝ ਕਮਜ਼ੋਰ ਸਿੱਖ ਇਹ ਸ਼ਿਕਾਇਤ ਲੈ ਕੇ ਢਾਕੇ ਪਹੁੰਚੇ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਸ। ਤਾਂ ਅੱਗੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਇੱਕ ਹੁਕਮਨਾਮਾ ਲਿਖਿਆ, ਜੋ ਗੋਬਿੰਦ ਕੀਆ ਸੋ ਭਲਾ ਕੀਆ, ਅੱਬਲ ਤਾਂ ਸਰਕਾਰੀ ਅਹਿਲਕਾਰ ਕੋ ਸਲਾਮ ਨਹੀਂ ਕਹਿਣਾ, ਜੋ ਘਰ ਆਈ ਜਾਏ ਪਵਾਂਦੀ ਦੇਣੀ, ਸਰਾਂਦੀ ਨਹੀਂ ਦੇਣੀ। ਬੜਾ ਅਹਿਮ ਅਹਿਮੀਅਤ ਰੱਖਦਾ ਹੈ ਇਹ ਸ਼ਬਦਾਵਲੀ, ਵੀ ਜਿਹੜੇ ਅਣਖ ਵੇਚ ਕੇ, ਜ਼ਮੀਰ ਵੇਚ ਕੇ, ਕੌਮਾਂ ਦਾ ਘਾਣ ਕਰਕੇ, ਜਿਹੜੇ ਜ਼ੁਲਮ ਦੇ ਨਾਲ, ਜ਼ਬਰਦਸਤੀ ਨਾਲ ਰਾਜ ਭਾਗ ਦੇ ਵਾਰਸ ਬਣੇ ਹੋਣ, ਤਖਤਾਂ ਤੇ ਬੈਠੇ ਹੋਣ, ਉਹਨਾਂ ਅੱਗੇ ਨਮਸਕਾਰ ਨਹੀਂ ਕਰਨੀ। ਨਮਸਕਾਰ ਤਾਂ ਕੀ, ਉਹਨਾਂ ਨੂੰ ਸਲਾਮ ਤੱਕ ਨਹੀਂ ਕਰਨੀ। ਕਿੱਡੇ ਕਮਾਲ ਦੇ ਉਦੇਸ਼ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਦਿੱਤੇ। ਉਸ ਬਾਲ ਗੋਬਿੰਦ ਰਾਏ ਦੇ ਜੋ 3 ਸਾਲ ਦੀ ਉਮਰ ਦੇ ਹਨ, ਤੇ ਉਦੋਂ ਸਾਥੀਆਂ ਨਾਲ ਖੇਡਦਿਆਂ ਹੋਇਆਂ ਨੂੰ ਅੱਗੋਂ ਇਹ ਕਿਹਾ, ਜੋ ਗੋਬਿੰਦ ਕੀਆ ਸੋ ਭਲਾ ਕੀਆ, ਗੋਬਿੰਦ ਰਾਏ ਠੀਕ ਹੀ ਕਰ ਰਿਹਾ ਹੈ, ਉਹਦੇ ਇਹ ਐਸਾ ਕਰਨ ਵਿੱਚ ਕੋਈ ਗਲਤੀ ਨਹੀਂ। ਕਿਉਂ?
ਕਿ ਅੱਬਲ ਤਾਂ ਸਰਕਾਰੀ ਅਹਿਲਕਾਰ ਕੋ ਸਲਾਮ ਨਹੀਂ ਕਹਿਣਾ, ਜੇ ਘਰ ਆ ਹੀ ਜਾਏ ਪਵਾਂਦੀ ਦੇਣੀ, ਸਰਾਂਦੀ ਨਹੀਂ ਦੇਣੀ। ਵੀ ਉਹਨੂੰ ਪੈਰਾਂ ਵਾਲੇ ਪਾਸੇ ਖੜਾ ਕਰੋ, ਉਹਦੇ ਗਲਾਂ 'ਚ ਸਰੋਪੇ ਨਾ ਪਾਓ, ਉਹਦੇ ਗਲਾਂ 'ਚ ਫੁੱਲਾਂ ਦੀਆਂ ਮਾਲਾ ਨਾ ਪਾਓ, ਉਹਦੇ ਗਲਾ ਉਹਨੂੰ ਪੈਰਾਂ ਵਾਲੇ ਪਾਸੇ ਭਾਵਾ ਆਪਣੇ ਬਰਾਬਰ ਖੜਾ ਨਹੀਂ ਕਰਨਾ। ਕਿਉਂ? ਕਿਉਂਕਿ ਉਹ ਜ਼ਮੀਰ ਤੋਂ ਡਿੱਗ ਚੁੱਕੇ ਹਨ। ਕਿਆ ਕਮਾਲ ਦੇ ਹਨ। ਇਹ ਉਹ ਸਥਾਨ ਹੈ ਜਿੱਥੇ ਹੁਕਮਨਾਮਾ ਲੈ ਕੇ ਸਿੱਖ ਆਏ ਔਰ ਇਹ ਪੜ੍ਹ ਕੇ ਸੁਣਾਇਆ ਗਿਆ ਜੋ ਸਿੱਖਾਂ ਦੇ ਨਾਮ ਤੇ ਲਿਖਿਆ ਸੀ। ਤਾਂ ਬਾਲ ਗੋਬਿੰਦ ਰਾਏ ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਹ ਜਨਮ ਅਸਥਾਨ ਹੈ। ਇਹ ਜਿਹੜਾ ਇਤਿਹਾਸਕ, ਇਸ ਵਾਸਤੇ ਇਹਨੂੰ ਤਖਤ ਵੀ ਸ਼ਾਮਲ ਕੀਤਾ ਗਿਆ। ਤੀਸਰਾ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਖਾਲਸੇ ਦਾ ਤੀਜਾ ਤਖਤ ਹੈ। ਇਹ ਉਸ ਗੁਰਸਥਾਨ ਹੈ ਜਿੱਥੇ 1699 30 ਮਾਰਚ 1699 ਦੀ ਵਿਸਾਖੀ ਅੰਮ੍ਰਿਤ ਖੰਡੇ ਬਾਟੇ ਦੀ ਪਹੁਲ ਦੇ ਕੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਗਈ। ਇਹ ਖਾਲਸੇ ਦਾ ਜਨਮ ਸਥਾਨ ਹੈ। ਇਸ ਸਥਾਨ ਤੇ ਹੀ ਕਲਗੀਧਰ ਪਾਤਸ਼ਾਹ ਨੇ ਆਪ ਪੰਜਾਂ ਪਾਸੋਂ ਖੰਡੇ ਬਾਟੇ ਦੀ ਪਹੁਲ ਲਈ ਹੱਥ ਜੋੜ ਕੇ ਖੰਡੇ ਬਾਟੇ ਦੀ ਪਹੁਲ ਮੰਗੀ ਸੀ। ਇਸ ਸਥਾਨ ਤੇ ਇਹ ਆਪੇ ਗੁਰਚੇਲਾ ਦਾ ਸਾਬਤ ਕਰਨ ਵਾਲਾ ਉਹ ਸਿਧਾਂਤ ਹੈ। ਇਹ ਉਸ ਦਾ ਸਥਾਨ ਹੈ ਜਿੱਥੇ ਸੰਸਾਰ ਵਿੱਚ ਪੰਜ ਪ੍ਰਧਾਨ ਪ੍ਰਣਾਲੀ ਨੂੰ ਪ੍ਰਗਟ ਕੀਤਾ ਗਿਆ। ਪੰਜ ਪ੍ਰਧਾਨ ਪ੍ਰਣਾਲੀ ਜਿਹਨੂੰ ਡੈਮੋਕ੍ਰੈਟਿਕ ਸਿਸਟਮ ਕਹਿੰਦੇ ਆ, ਉਹ ਸੀ ਜੋ ਇਸ ਸਥਾਨ ਤੇ ਗੁਰੂ ਸਾਹਿਬ ਨੇ ਪੰਜਾਂ ਨੂੰ ਖੰਡੇ ਬਾਟੇ ਦੀ ਪਹੁਲ ਦੇ ਕੇ ਪ੍ਰਗਟ ਕੀਤਾ। ਇੱਥੋਂ ਹੁਕਮਨਾਮੇ ਜਾਰੀ ਹੁੰਦੇ ਰਹੇ। ਕਾਬਲ ਦੀਆਂ ਸੰਗਤਾਂ ਦੇ ਨਾਮ ਤੇ ਹੁਕਮਨਾਮਾ ਵੀ ਮਿਲਦਾ ਹੈ। ਮਾਲਵੇ ਦੀਆਂ ਸੰਗਤਾਂ ਦੇ ਨਾਮ ਤੇ ਭਾਈ ਲਖਮੀਰ, ਭਾਈ ਸ਼ਮੀਰ ਦੇ ਨਾਮ ਤੇ ਹੁਕਮਨਾਮੇ ਵੀ ਮਿਲਦੇ ਹਨ ਜਿਹੜੇ ਇੱਥੋਂ ਲਿਖੇ ਗਏ। ਤਾਂ ਇਹ ਉਹ ਸਥਾਨ ਹੈ ਜਿਹੜਾ ਅਨੰਦਪੁਰ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਜਿੱਥੇ ਖਾਲਸੇ ਦੀ ਬੁਲੰਦੀਆਂ ਦੇ ਝੰਡੇ ਝੁਲਾਏ ਗਏ, ਜਿੱਥੇ ਉੱਚੇ ਨਿਸ਼ਾਨ ਸਾਹਿਬ ਝੂਲੇ। ਔਰ ਮੈਂ ਇਹ ਵੀ ਬੇਨਤੀ ਕਰਦਿਆਂ, ਇਹ ਨਿਸ਼ਾਨ ਸਾਡੇ ਆਪਣੇ ਬਣਾਏ ਹੋਏ ਨਹੀਂ, ਇਹ ਨਿਸ਼ਾਨ ਗੁਰੂ ਦੇ ਬਖਸ਼ੇ ਹੋਏ ਨਿਸ਼ਾਨ ਹਨ। ਔਰ ਇਹ ਨਿਸ਼ਾਨ ਹਮੇਸ਼ਾ ਲਈ ਝੁਲਦੇ ਰਹਿਣਗੇ। ਕੋਈ ਦੁਸ਼ਮਣ, ਕੋਈ ਵਿਰੋਧੀ ਕੁਝ ਸਮੇਂ ਲਈ ਇਹਨਾਂ ਨੂੰ ਡੇਗ ਸਕਦਾ ਹੈ, ਸੁੱਟ ਸਕਦਾ ਹੈ, ਲੇਕਿਨ ਕਿਸੇ ਦੀ ਇਹ ਹਿੰਮਤ ਨਹੀਂ ਕਿ ਇਹਨਾਂ ਨਿਸ਼ਾਨਾਂ ਨੂੰ ਸਦਾ ਲਈ ਬੰਦ ਕਰ ਦਿੱਤਾ ਜਾਏ, ਕਿਉਂਕਿ ਨਿਸ਼ਾਨ ਗੁਰੂ ਦੇ ਹਨ। ਤਾਂ ਇੱਥੇ ਨਗਾਰਾ ਵੀ ਵੱਜਿਆ, ਨਿਸ਼ਾਨ ਵੀ ਝੂਲੇ। ਇਹ ਪ੍ਰਤੀਕ ਆਜ਼ਾਦ ਸਿੱਖ ਰਾਜ ਦੇ ਪ੍ਰਤੀਕ ਸਨ ਵੀ ਸਿੱਖ ਕਿਸੇ ਰਾਜ ਦੇ ਗੁਲਾਮ ਨਹੀਂ, ਕਿਸੇ ਦੀ ਗੁਲਾਮੀ ਨੂੰ ਪ੍ਰਵਾਹ ਨਹੀਂ ਕਰਦੇ। ਵੱਜਦਾ ਹੋਇਆ ਨਗਾਰਾ ਤੇ ਝੂਲਦੇ ਹੋਏ ਨਿਸ਼ਾਨ ਆਜ਼ਾਦ ਰਾਜ ਦੇ ਪ੍ਰਤੀਕ ਮੰਨੇ ਜਾਂਦੇ ਹਨ। ਤਾਂ ਇੱਥੋਂ ਸਾਨੂੰ ਆਜ਼ਾਦੀ ਦਾ ਉਹ ਸੰਕਲਪ ਦਿੱਤਾ ਗਿਆ ਜੋ ਕਲਗੀਧਰ ਪਾਤਸ਼ਾਹ ਜੀ ਨੇ ਸਾਡੀ ਝੋਲੀ ਵਿੱਚ ਪਾਇਆ। ਤਾਂ ਇਹ ਖਾਲਸੇ ਦਾ ਅਗਲਾ ਤਖਤ ਹੈ। ਦਮਦਮਾ ਸਾਹਿਬ, ਸਾਬੋ ਕੀ ਤਲਵੰਡੀ, ਜ਼ਿਲ੍ਹਾ ਬਠਿੰਡਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਜਾਂ ਅੱਜ ਇਹਨੂੰ ਗੁਰੂ ਕੀ ਸਿੱਖਾਂ ਦੀ ਕਾਸ਼ੀ ਵੀ ਕਿਹਾ ਜਾਂਦਾ ਹੈ। ਤੇ ਇੱਥੇ ਇਤਿਹਾਸਕਾਰਾਂ ਨੇ ਇਹ ਵੀ ਗੱਲ ਲਿਖੀ ਹੈ ਕਿ ਗੁਰੂ ਸਾਹਿਬ ਜੀ ਦਾ ਇਹ ਵਿਚਾਰ ਸੀ ਕਿ ਇਸ ਧਰਤੀ ਦੇ ਉੱਤੇ ਵਿਦਵਾਨ ਜਿਹੜੇ ਹਨ ਉਹਨਾਂ ਨੂੰ ਤਿਆਰ ਕੀਤਾ ਜਾ ਸਕਦਾ ਹੈ। ਉਹਨਾਂ ਦੇ ਗੁਰੂ ਸਾਹਿਬ ਜੀ ਦੇ ਆਦੇਸ਼ ਅਨੁਸਾਰ ਹੀ ਇਸ ਸਥਾਨ ਦੇ ਉੱਤੇ ਗੁਰਮਤਿ ਦੀ ਇੱਕ ਟਕਸਾਲ ਕਾਇਮ ਕੀਤੀ ਗਈ। ਇੱਥੇ ਟਕਸਾਲ ਦਾ ਮਤਲਬ ਕੋਈ ਮੌਜੂਦਾ ਟਕਸਾਲ ਨਹੀਂ, ਟਕਸਾਲ ਦਾ ਮਤਲਬ ਸੰਸਥਾ ਹੈ। ਗੁਰਮਤਿ ਦੀ ਇੱਕ ਸੰਸਥਾ ਜਿਹੜੀ ਸੀ ਉਹ ਕਾਇਮ ਕੀਤੀ ਗਈ। ਇੱਥੇ ਹੀ ਦਸ਼ਮੇਸ਼ ਪਿਤਾ ਜੀ ਨੇ ਭਾਈ ਮਨੀ ਸਿੰਘ ਜੀ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦੁਬਾਰਾ ਬੀੜ ਨੂੰ ਲਿਖਵਾਇਆ, ਜਿਹਨੂੰ ਅੱਜ ਦਮਦਮੀ ਬੀੜ ਕਿਹਾ ਜਾਂਦਾ ਹੈ। ਉਹ ਅੱਜ ਜਿੰਨੇ ਵੀ ਮੌਜੂਦ ਸਰੂਪ ਸਾਡੇ ਕੋਲ ਮੌਜੂਦ ਹਨ, ਇਹਨਾਂ ਦੀ ਬਾਹਰ ਜਿਲਦ ਦੇ ਉੱਤੇ ਗੱਲ ਲਿਖੀ ਹੁੰਦੀ ਹੈ ਕਿ ਇਹਨਾਂ ਬੀੜਾਂ ਦੀ ਸੁਧਾਈ ਦਮਦਮੀ ਬੀੜ ਨਾਲ ਕੀਤੀ ਗਈ। ਇਹ ਉੱਤੇ ਲਿਖਿਆ ਹੋਇਆ ਸਾਨੂੰ ਮਿਲਦਾ ਹੈ ਬਾਹਰਲੀ ਜਿਲਦ ਦੇ ਉੱਤੇ। ਇਹ ਗੱਲ ਵੱਖਰੀ ਹੈ ਕਿ ਅੱਜ ਵੀ ਦਮਦਮੀ ਬੀੜ ਨਾਲੋਂ ਬਹੁਤ ਸਾਰੇ ਪਾਠ ਭੇਦ ਪਾਏ ਜਾਂਦੇ ਹਨ। ਬੇਨਤੀ ਕਰ ਰਹੇ ਹਾਂ,
ਪੰਥਕ ਆਗੂਆਂ ਤੇ ਪੰਥਕ ਵਿਦਵਾਨਾਂ ਦੇ ਵੀ ਇਸ ਮਸਲੇ ਨੂੰ, ਆਏ ਹੋਏ ਪਾਠ ਭੇਦਾਂ ਨੂੰ ਜੇ ਕੋਈ ਹਨ ਜਾਂ ਨਜ਼ਰ ਆਉਂਦੇ ਹਨ ਤਾਂ ਕਿਰਪਾ ਕਰਕੇ ਉਹਨਾਂ ਨੂੰ ਗੁਰਬਾਣੀ ਵਿਆਕਰਣ ਦੇ ਮਾਹਰ ਵਿਦਵਾਨਾਂ ਦੇ ਪੈਨਲ ਦਾ ਗਠਨ ਕਰਕੇ ਇੱਕ ਸਮਾਬੱਧ ਦੇ ਵਿੱਚ ਹੱਲ ਕਰ ਲਿਆ ਜਾਵੇ, ਤਦ ਕਿ ਕੌਮ ਨੂੰ ਆਪਸੀ ਏਕਤਾ ਦੀ ਗੰਢ ਨੂੰ ਕਮਜ਼ੋਰ ਨਾ ਹੋ ਸਕੇ ਔਰ ਨਾ ਹੀ ਕੌਮ ਦੀ ਏਕਤਾ ਵੀ ਤਰੇੜਾਂ ਪੈ ਸਕਣ। ਇਹ ਜ਼ਰੂਰੀ ਚੀਜ਼ ਹੈ ਕਿ ਅਸੀਂ ਆਪਣੇ ਮਸਲਿਆਂ ਨੂੰ ਫੌਰੀ ਤੌਰ ਤੇ ਹੱਲ ਕਰੀਏ। ਮਸਲਿਆਂ ਨੂੰ ਲਮਕਾ ਦੇਣਾ ਹੱਲ ਨਹੀਂ ਹੁੰਦਾ। ਜੇ ਕੋਈ ਚੀਜ਼ ਸਾਨੂੰ ਪਾਠ ਭੇਦਾਂ ਦੀ ਸੂਚੀ 'ਚ ਮਿਲਦੀ ਹੈ ਤਾਂ ਸਾਡੇ ਮੂਲ ਸਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਈ ਸਾਨੂੰ ਨਜ਼ਰ ਆਉਂਦਾ ਤਾਂ ਉਹਨੂੰ ਹੱਲ ਕਰ ਦੇਣਾ ਚਾਹੀਦਾ ਹੈ, ਤਦ ਕਿ ਅਸੀਂ ਆਪਣੇ ਭਵਿੱਖ ਨੂੰ ਇਹਨਾਂ ਦੀ ਕਾਵਾ ਰੋਲੀ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਉਹ 'ਚੋਂ ਕੱਢ ਸਕੀਏ। ਇਹ ਝਗੜਿਆਂ ਦੇ ਵਿੱਚ ਪੈ ਕੇ ਕੌਮਾਂ ਪ੍ਰਚਾਰ ਜਾਂ ਪ੍ਰਸਾਰ ਨਹੀਂ ਕਰ ਸਕਦੀਆਂ, ਨਾ ਹੀ ਕਦੀ ਤਰੱਕੀ ਕਰ ਸਕਦੀਆਂ ਹਨ। ਤੇ ਸਾਡਾ ਫਰਜ਼ ਵੀ ਬਣਦਾ ਹੈ ਔਰ ਤਖਤਾਂ ਦਾ ਖਾਸ ਕਰਕੇ ਇਹ ਫਰਜ਼ ਬਣਦਾ ਹੈ, ਤਖਤ ਬਣੇ ਇਸੇ ਕਰਕੇ ਸਨ ਕਿ ਉਹ ਇਹਨਾਂ ਮਸਲਿਆਂ ਨੂੰ ਸਮਾਂਬੱਧ ਹੱਲ ਕਰ ਸਕਣ। ਤੋ ਇੱਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਮਨੀ ਸਿੰਘ ਜੀ ਪਾਸੋਂ ਬੀੜ ਲਿਖਵਾਈ, ਜਿਹਦਾ ਨਾਮ ਦਮਦਮੀ ਬੀੜ ਰੱਖਿਆ ਗਿਆ। ਤੋ ਇਹਦੇ ਉਤਾਰੇ ਬਾਬਾ ਦੀਪ ਸਿੰਘ ਜੀ ਨੇ ਕੀਤੇ। ਜਦੋਂ ਸਤਿਗੁਰੂ ਜੀ ਇਸ ਤਖਤ ਤੋਂ ਦੱਖਣ ਵਾਲੇ ਪਾਸੇ ਜਾਣ ਲੱਗੇ ਤਾਂ ਤਖਤ ਦੀ ਸੇਵਾ ਬਾਬਾ ਦੀਪ ਸਿੰਘ ਜੀ ਦੇ ਸਪੁਰਦ ਕੀਤੀ ਤੇ ਉਸ ਤੋਂ ਬਾਅਦ ਵੀ ਕਾਫੀ ਸਮਾਂ ਉਹਨਾਂ ਦੇ ਵੰਸ਼ ਦੇ ਕੋਲ ਵੀ ਇਹਦੀ ਤਖਤ ਦੀ ਸੇਵਾ ਜਿਹੜੀ ਸੀ ਉਹ ਚੱਲਦੀ ਰਹੀ। ਇਹ ਇੱਕ ਤਖਤ ਹੈ ਜਿੱਥੋਂ ਹੁਕਮਨਾਮੇ ਵੀ ਜਾਰੀ ਹੋਏ ਜਿਹਦੇ ਸਿੱਖ ਸੰਗਤਾਂ ਦੇ ਨਾਮ ਤੇ, ਔਰ ਇਹ ਉਹ ਤਖਤ ਹੈ ਜਿੱਥੇ ਬਹੁਤ ਵੱਡੀ ਗਿਣਤੀ ਵਿੱਚ ਅੰਮ੍ਰਿਤ ਸੰਚਾਰ ਵੀ ਕੀਤਾ ਗਿਆ ਔਰ ਖੰਡੇ ਬਾਟੀ ਦੀ ਪਹੁਲ ਲੈ ਕੇ ਸਿੱਖ ਜਿਹੜੇ ਸੀ ਸਿੱਖੀ ਵਿੱਚ ਸ਼ਾਮਲ ਹੋਏ। ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਸਾਹਿਬ ਤੋਂ ਚੱਲਦੇ ਹਨ, ਮਾਛੀਵਾੜੇ ਦੇ ਜੰਗਲਾਂ ਤੋਂ ਹੁੰਦੇ ਹੋਏ ਆਲਮਗੀਰ, ਉਸ ਤੋਂ ਬਾਅਦ ਸਤਿਗੁਰੂ ਜੀ ਫਿਰ ਜ਼ਫਰਨਾਮਾ ਲਿਖਦੇ ਹਨ, ਰਾਏ ਕੱਲੇ ਕੋਲ ਜਾਂਦੇ ਨੇ, ਰਾਏ ਕੱਲੇ ਕੋਲ ਛੋਟੇ ਸਾਹਿਬਜ਼ਾਦੇ ਦੀ ਖਬਰ ਮਿਲਦੀ ਹੈ, ਫਿਰ ਪਾਤਸ਼ਾਹ ਜ਼ਫਰਨਾਮਾ ਲਿਖਦੇ ਨੇ। ਜ਼ਫਰਨਾਮੇ ਤੋਂ ਬਾਅਦ ਫਿਰ ਮੁਕਤਸਰ ਦਾ, ਜਿੱਥੇ ਜੰਗ ਜਿਹਨੂੰ ਅਸੀਂ ਇਤਿਹਾਸ ਦਾ ਕਹਿੰਦੇ ਹਾਂ, ਲਗਭਗ ਮਈ ਦੇ ਮਹੀਨੇ ਵਿੱਚ ਜਾ ਕੇ ਉਹ ਮੁਕਤਸਰ ਦਾ ਜੰਗ ਹੁੰਦਾ। ਉੱਥੋਂ ਸਤਿਗੁਰੂ ਜੀ ਮੁਕਤਸਰ ਦੇ ਜੰਗ ਤੋਂ ਬਾਅਦ ਦਮਦਮਾ ਸਾਹਿਬ ਵਿਖੇ ਪਹੁੰਚਦੇ ਹਨ ਔਰ ਦਮਦਮਾ ਸਾਹਿਬ ਵਿਖੇ ਸਤਿਗੁਰੂ ਲਗਭਗ 2 ਸਾਲ, ਪੌਣੇ 2 ਸਾਲ ਦਾ ਸਮਾਂ ਬਣਦਾ ਹੈ ਇੱਥੇ ਟਿਕਾਣਾ ਕੀਤਾ ਔਰ ਇੱਥੋਂ ਸਿੱਖ ਸੰਗਤਾਂ ਦੇ ਨਾਮ ਹੁਕਮਨਾਮੇ ਜਾਰੀ ਕੀਤੇ। ਇੱਥੇ ਭਾਈ ਡੱਲਾ, ਜਿਹਦੇ ਕੋਲ ਸਤਿਗੁਰੂ ਜੀ ਟਿਕੇ ਸਨ, ਉਹਨੇ ਸੇਵਾ ਕੀਤੀ। ਜਦੋਂ ਉਹਨੇ ਗੁਰੂ ਦੇ ਚਰਨਾਂ 'ਚ ਪੀੜੀ ਜਿੰਨੀ ਥਾਂ ਦੀ ਮੰਗ ਕੀਤੀ ਤਾਂ ਸਤਿਗੁਰੂ ਨੇ ਕਿਹਾ, ਡੱਲਿਆ, ਦੁਨਿਆਵੀ ਸੇਵਾ ਕੀਤੀ ਹੈ, ਇਹਦੇ ਲਈ ਦੁਨਿਆਵੀ ਪਦਾਰਥ ਮਿਲ ਸਕਦੇ ਹਨ, ਤੂੰ ਗੁਰੂ ਵਾਲਾ ਬਣ, ਗੁਰੂ ਵਾਲਾ ਹੋ, ਫਿਰ ਤੈਨੂੰ ਗੁਰੂ ਦੇ ਚਰਨਾਂ 'ਚ ਪੀੜੀ ਜਿੰਨੀ ਥਾਂ ਮਿਲ ਸਕਦੀ ਹੈ। ਤੋ ਭਾਈ ਡੱਲਾ ਪਰਿਵਾਰ ਸਮੇਤ ਖੰਡੇ ਬਾਟੀ ਦੀ ਪਹੁਲ ਲੈ ਕੇ ਇੱਥੇ ਗੁਰੂ ਕਾ ਸਿੱਖ ਸਜਿਆ ਸੀ ਭਾਈ ਡੱਲਾ। ਤੋ ਇਹ ਉਹ ਸਥਾਨ ਹੈ ਜਿਸ ਸਥਾਨ ਦੇ ਉੱਤੇ ਕਲਗੀਧਰ ਪਾਤਸ਼ਾਹ ਨੇ ਲਗਭਗ ਪੌਣੇ 2 ਸਾਲ ਟਿਕਾ ਕੀਤਾ ਔਰ 80,000 ਦੇ ਕਰੀਬ ਜਿਹੜੀ ਸਿੱਖ ਸੰਗਤਾਂ ਸੀ ਉਹਨਾਂ ਨੂੰ ਖੰਡੇ ਬਾਟੇ ਦੀ ਪਹੁਲ ਦੇ ਕੇ ਸਿੱਖੀ ਵਿੱਚ ਸ਼ਾਮਲ ਕੀਤਾ। ਜੋ ਇਤਿਹਾਸਕਾਰਾਂ ਵਿੱਚ ਗਿਣਤੀ ਦਾ ਫਰਕ ਮਿਲਦਾ ਹੈ, ਲੇਕਿਨ ਲਗਭਗ ਸਾਰੇ ਇਤਿਹਾਸਕਾਰਾਂ ਨੇ ਇਹ ਗੱਲ ਮੰਨੀ ਹੈ ਕਿ ਵੱਡੀ ਗਿਣਤੀ ਵਿੱਚ ਸਿੱਖਾਂ ਨੇ ਅੰਮ੍ਰਿਤ ਸੰਚਾਰ ਜਿਹੜਾ ਸੀ ਉਹ ਕੀਤਾ। ਇੱਥੋਂ ਹੀ ਚੱਲ ਕੇ ਸਤਿਗੁਰੂ ਫਿਰ ਦੱਖਣ ਵਾਲੇ ਪਾਸੇ ਜਾਂਦੇ ਰਹੇ, ਜਿੱਥੋਂ ਅਸੀਂ ਅਗਲੇ ਤਖਤ ਦੀ ਗੱਲ ਕਰ ਰਹੇ ਹਾਂ। ਉਹ ਹਜ਼ੂਰ ਸਾਹਿਬ, ਅਬਚਲ ਨਗਰ, ਨੰਦੇੜ, ਇਹ 5ਵਾਂ ਤਖਤ ਸਿੱਖਾਂ ਦਾ ਹੈ। ਇਹ ਗੋਦਾਵਰੀ ਨਦੀ ਦੇ ਕੰਢੇ ਤੇ ਹੈ। ਗੁਰੂ ਗੋਬਿੰਦ ਸਿੰਘ ਜੀ ਇੱਥੇ ਹੀ ਸਨ 1708 ਵਿੱਚ ਜੋਤੀ ਜੋਤ ਸਮਾਏ ਹਨ। ਇਸ ਤਖਤ ਦੀ ਇਮਾਰਤ ਵੀ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨੇ ਹੀ ਬਣਵਾਈ ਸੀ। ਇਹ ਉਹ ਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮੁਲਾਕਾਤ ਮਾਧੋਦਾਸ ਬਿਰਾਗੀ ਨਾਲ ਹੁੰਦੀ ਹੈ। ਉਸ ਮਾਧੋਦਾਸ ਬਿਰਾਗੀ ਨੇ ਆਪਣੀਆਂ ਆਤਮਿਕ ਸ਼ਕਤੀਆਂ ਬਲ ਦੇ ਨਾਲ ਜਾਂ ਜਾਦੂਮਈ ਸ਼ਕਤੀਆਂ ਦੇ ਨਾਲ ਸਤਿਗੁਰੂ ਜੀ ਦੇ ਨਾਲ ਤਖਤ ਉਲਟਾਉਂਦੀਆਂ ਗੱਲਾਂ ਆਉਂਦੀਆਂ ਹਨ, ਪਰ ਜਦੋਂ ਉਹਦਾ ਵੱਸ ਨਾ ਚੱਲਿਆ ਤੇ ਹਜ਼ੂਰ ਦੇ ਆ ਕੇ ਸਾਹਮਣੇ ਖੜਾ ਹੋ ਗਿਆ ਤੇ ਸਵਾਲ ਕੀਤਾ ਸੀ, ਤੁਸੀਂ ਕੌਣ ਹੋ
ਤਾਂ ਕਲਗੀਧਰ ਦਾ ਜਵਾਬ ਸੀ, ਜਿਸ ਨੂੰ ਤੂੰ ਜਾਣਦਾ ਹੈ। ਜੀ ਤੁਸੀਂ ਗੁਰੂ ਗੋਬਿੰਦ ਸਿੰਘ ਹੋ? ਹਾਂ। ਤੇਰਾ ਨਾਮ ਕੀ ਹੈ? ਜੀ ਮੇਰਾ ਨਾਮ ਬੰਦਾ ਹੈ। ਮੈਨੂੰ ਆਪਣਾ ਬੰਦਾ ਹੀ ਸਮਝੋ। ਤੇ ਪਾਤਸ਼ਾਹ ਨੇ ਅੱਗੋਂ ਬਚਨ ਕੀਤਾ, ਜੇ ਤੂੰ ਬੰਦਾ ਹੈ ਤੇ ਬੰਦਿਆਂ ਵਾਲੇ ਕੰਮ ਕਰ। ਇਹ ਤਾਕਤਾਂ ਹੀ ਦਿਖਾਉਣੀਆਂ, ਲੋਕਾਂ ਨੂੰ ਦੀ ਬੇਇੱਜ਼ਤੀ ਕਰਨੀ, ਹੇਠੀ ਕਰਨੀ, ਲੋਕਾਂ ਦੀ ਹੇਠੀ ਕਰਨੀ, ਇਹ ਬੰਦਿਆਂ ਦਾ ਕੰਮ ਨਹੀਂ ਹੁੰਦਾ। ਇੱਥੋਂ ਹੀ ਬੰਦੇ ਬਹਾਦਰ ਉਸ ਮਾਧੋ ਦਾਸ ਬੈਰਾਗੀ ਨੇ ਖੰਡੇ ਬਾਟੇ ਦੀ ਪਹੁਲ ਲਈ ਔਰ ਗੁਰਬਖਸ਼ ਸਿੰਘ ਬਣਿਆ, ਪਰ ਇਤਿਹਾਸ ਦੇ ਵਿੱਚ ਉਹਦਾ ਨਾਮ ਬੰਦਾ ਸਿੰਘ ਬਹਾਦਰ ਕਰਕੇ ਹੀ ਪ੍ਰਸਿੱਧ ਹੈ। ਇੱਥੇ ਬੰਦਾ ਬਹਾਦਰ ਨੂੰ ਕਲਗੀਧਰ ਪਾਤਸ਼ਾਹ ਜੀ ਨੇ ਉਹ ਦਾਸਤਾਨ ਸੁਣਾਈ, ਜੋ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੱਤੀ ਤਵੀ ਤੇ ਬਿਠਾ ਕੇ ਸ਼ਹੀਦ ਕੀਤਾ ਗਿਆ ਸੀ। ਦਾਸਤਾਨ ਸੁਣਾਈ ਭਾਈ ਮਤੀ ਦਾਸ ਜੀ ਦੇ ਆਰੇ ਨਾਲ ਚੀਰਦੇ ਹੋਏ ਉਹ ਸਰੀਰ ਦੀ। ਦਾਸਤਾਨ ਸੁਣਾਈ ਭਾਈ ਉਬਲਦੀ ਹੋਈ ਦੇਗ ਦੇ ਵਿੱਚ ਭਾਈ ਦਿਆਲੇ ਦੇ। ਇੱਥੇ ਹੀ ਸੁਣਾਈ ਦਾਸਤਾਨ ਭਾਈ ਸਤੀ ਦਾਸ ਦੀ ਸੜਦੀ ਹੋਈ ਉਸ ਦੇਹੀ ਨੂੰ, ਜੋ ਦਾਸਤਾਨ ਦੱਸੀ। ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਉਸ ਚੁਰਾਹੇ ਵਿੱਚ ਖੜੇ ਕਰਕੇ ਧੜ ਤੋਂ ਅਲੱਗ ਕੀਤੇ ਹੋਏ ਸੀਸ ਦੀ ਕਹਾਣੀ ਵੀ ਦੱਸੀ। ਇੱਥੋਂ ਚਮਕੌਰ ਦਾ ਇਤਿਹਾਸ ਸੁਣਾਇਆ, ਇੱਥੇ ਸਰਹੰਦ ਦੀਆਂ ਗੱਲਾਂ ਦੱਸੀਆਂ। ਤੇ ਇੱਥੇ ਉਹ ਬੰਦਾ ਫਿਰ ਕਹਿ ਉੱਠਿਆ ਸੀ, ਕਹਿੰਦਾ ਦਿਲ ਵਿੱਚ ਅੱਗ ਮੇਰੇ, ਸਿਰ ਵਿੱਚ ਅੱਗ ਮੇਰੇ, ਦਿਲ ਵਿੱਚ ਜਨੂਨ ਹੈ, ਦਿਲ ਵਿੱਚ ਅੱਜ ਮੇਰੇ ਹੋਰ ਹੀ ਜਨੂਨ ਹੈ। ਜੱਗ ਵਿੱਚ ਰਹੇਗੀ ਨਾ ਗੱਲ ਹੁਣ ਉਪਰੀ, ਮੈਂ ਪੈਰਾਂ ਹੇਠ ਰੁਲਣੀ ਵਜ਼ੀਰ ਖਾਂ ਦੀ ਖੁੱਪੜੀ। ਦਿਲ ਵਿੱਚ ਵਸਾ ਕੇ ਤਸਵੀਰ ਖੂਨੀ ਕੰਧ ਦੀ, ਮੈਂ ਇੱਟ ਨਾਲ ਇੱਟ ਖੜਕਾਉਣੀ ਸਰਹੰਦ ਦੀ। ਇੱਥੋਂ 5 ਸਿੰਘਾਂ ਨੂੰ ਨਾਲ ਲੈ ਕੇ, ਨਿਸ਼ਾਨ ਸਾਹਿਬ ਲੈ ਕੇ ਬੰਦਾ ਸਿੰਘ ਬਹਾਦਰ ਉਹ ਸੁਧਾਈ ਲਈ ਚੱਲੇ ਤੇ ਉਹਨਾਂ ਨੇ ਉਸ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ। ਇਹ ਗੋਦਾਵਰੀ ਨਦੀ ਦੇ ਕੰਢੇ ਦੇ ਉੱਤੇ ਇਹ ਜਿਹੜਾ ਤਖਤ ਹੈ ਇਹ ਹੈ। ਤੋ ਇਸ ਤਰ੍ਹਾਂ ਇੱਥੇ ਹੀ ਸਭ ਤੋਂ ਵੱਡਾ ਕਾਰਜ ਹੋਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਗੱਦੀ ਦੀ ਜ਼ਿੰਮੇਵਾਰੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਔਰ ਗੁਰੂ ਪੰਥ ਨੂੰ ਸੌਂਪ ਦਿੱਤੀ। ਸਰੀਰ ਗੁਰੂ ਪੰਥ ਅੰਦਰ ਤੇ ਜੋਤ ਗੁਰੂ ਗ੍ਰੰਥ ਅੰਦਰ ਰੱਖ ਕੇ ਸੰਸਾਰ ਦੇ ਇਤਿਹਾਸ ਵਿੱਚ ਦੇਹਧਾਰੀ ਗੁਰੂ ਦਾ ਸਿਲਸਿਲਾ ਖਤਮ ਕਰ ਦਿੱਤਾ। 11ਵਾਂ 12ਵਾਂ 13ਵਾਂ 15ਵਾਂ ਗੁਰੂ ਦਾ ਜਿਹੜਾ ਦੇਹ ਸਰੂਪ ਵਿੱਚ ਸੀ ਉਹ ਸਾਰਾ ਸਿਲਸਿਲਾ ਸੀ ਖਤਮ ਕਰ ਦਿੱਤਾ। ਹੁਣ ਜਾਗਤ ਜੋਤ ਅਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਪਣੀ ਜੋਤ ਟਿਕਾਈ ਔਰ ਪੰਥ ਨੂੰ ਸਰੀਰ ਦਾ ਕੰਮ ਕਰਨ ਦੇ ਲਈ ਗੁਰੂ ਪਾਤਸ਼ਾਹ ਜੀ ਨੇ ਉਹਦਾ ਦਰਜਾ ਦਿੱਤਾ। ਤੋ ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ, ਪਹਿਲਾ ਤਖਤ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਾਇਮ ਕੀਤਾ, ਦੂਜਾ, ਤੀਜਾ, ਚੌਥਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਥਾਪਿਤ ਕੀਤੇ, ਤੇ 5ਵਾਂ ਤਖਤ ਜਿਹੜਾ ਹਜ਼ੂਰ ਸਾਹਿਬ ਦਾ ਇਹ ਗੁਰੂ ਪੰਥ ਨੇ ਆਪ ਬਣਾਇਆ, ਇਹ ਆਪ ਥਾਪਿਆ ਹੈ। ਇਹਨਾਂ ਤਖਤਾਂ ਉੱਪਰ ਗੁਰੂ ਸਾਹਿਬ ਜੀ ਦੇ ਸ਼ਹੀਦਾਂ ਦੇ ਸ਼ਸਤਰ, ਇਤਿਹਾਸਿਕ ਵਸਤੂਆਂ ਜਿਹੜੀਆਂ ਹਨ ਉਹ ਸਾਂਭੀਆਂ ਪਈਆਂ ਹਨ। ਇਹਨਾਂ ਤਖਤਾਂ ਦੇ ਜਥੇਦਾਰ ਦੀ ਜੇ ਅਸੀਂ ਕਹਿ ਲਈਏ ਕਿ ਇਹ ਧਾਰਮਿਕ ਸੱਤਾ ਹੈ, ਸਮਾਜਿਕ ਤੇ ਦੁਨਿਆਵੀ ਮਾਮਲਿਆਂ ਵਿੱਚ ਵੀ ਇਹਨਾਂ ਨੂੰ ਪੰਥ ਦੇ ਮਸਲੇ ਹੱਲ ਕਰਨ ਦੇ ਲਈ ਕਿਹਾ ਜਾਂਦਾ ਹੈ। ਇਹਨਾਂ ਤਖਤਾਂ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਇੱਥੋਂ ਗੱਲ ਸਪਸ਼ਟ ਹੈ ਕਿ ਸਿੱਖਾਂ ਦੀ ਸਮਾਜਿਕ ਤੇ ਰਾਜਸੀ ਅਮਲਦਾਰੀ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਵਿੱਚ ਹੈ, ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਹੈ। ਤਖਤਾਂ ਦੇ ਜਥੇਦਾਰ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਤੇ ਹੀ ਬੈਠਦੇ ਹਨ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਤੇ ਬੈਠ ਕੇ ਹੀ ਉਹਨਾਂ ਨੂੰ ਨਿਰਣੇ ਕਰਨ ਦੇ ਹੱਕ ਹਨ। ਤੋ ਇਹਨਾਂ ਤਖਤਾਂ ਨੂੰ ਫਿਰ ਅਰਦਾਸ ਵਿੱਚ ਅਸੀਂ ਚਿਤਵਦੇ ਹਾਂ, ਯਾਦ ਕਰਦੇ ਹਾਂ, ਜਿਹਨੂੰ ਅਸੀਂ ਕਹਿੰਦੇ ਹਾਂ 5 ਤਖਤਾਂ ਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਤੋ ਇਹ ਅਸੀਂ ਇਹ ਕਹਿ ਸਕਦੇ ਹਾਂ ਕਿ ਇਸ ਤਖਤ ਪੰਥ ਦੀ ਰਾਜਸੀ ਸਮਾਜਿਕ ਸੋਵਰੈਂਟੀ ਪ੍ਰਭੂ ਸੱਤਾ ਨੂੰ ਧਿਆਨ ਵਿੱਚ ਲਿਆਉਣ ਲਈ ਹੀ ਇਹ ਪੰਥ ਨੇ ਬਣਾਏ ਗਏ ਹਨ, ਜਿਸ ਕਰਕੇ ਰੋਜ਼ਾਨਾ ਜਦੋਂ ਅਸੀਂ ਯਾਦ ਕਰਦੇ ਹਾਂ ਤਾਂ ਪੰਥ ਦੀ ਸੋਵਰੈਂਟੀ ਜਿਹੜੀ ਹੈ, ਪ੍ਰਭੂ ਸੱਤਾ ਹੈ, ਉਹ ਸਾਡੇ ਮਨ ਦੇ ਵਿੱਚ ਉਹਦਾ ਸੰਕਲਪ ਘੁੰਮਣਾ ਚਾਹੀਦਾ ਹੈ ਵੀ ਇਹਨਾਂ ਦਾ ਧਿਆਨ ਪੰਥ ਦੀ ਇੱਕ ਆਜ਼ਾਦ ਹਸਤੀ ਤੇ ਆਜ਼ਾਦ ਸੋਚ ਦੀ ਜੋ ਪ੍ਰਤੀਕ ਹੈ ਉਹਦੇ ਵੱਲ ਸਾਡਾ ਧਿਆਨ ਹਮੇਸ਼ਾ ਜਾਣਾ ਚਾਹੀਦਾ ਹੈ, ਕਿਉਂ ਕਿ ਸਿੱਖ ਸੋਚ ਕਿਸੇ ਦੇ ਗੁਲਾਮ ਨਹੀਂ। ਫਿਰ ਮੈਂ ਬੇਨਤੀ ਕਰਦਿਆਂ
ਕਿ ਸਮੇਂ ਦੇ ਮੁਤਾਬਕ ਕਮਜ਼ੋਰੀਆਂ ਕੌਮਾਂ 'ਚ ਆ ਜਾਂਦੀਆਂ ਨੇ, ਕਮਜ਼ੋਰੀਆਂ ਆਈਆਂ ਵੀ ਹਨ, ਤਾਂ ਉਹਨਾਂ ਨੂੰ ਦੂਰ ਕਰਨਾ ਵੀ ਸਾਡਾ ਕੰਮ ਹੈ, ਨਾ ਕਿ ਅਸੀਂ ਕਿਸੇ ਹੋਰ ਵੱਲ ਦੇਖੀਏ ਤੇ ਉਹ ਸਾਡੇ ਇਸ ਆ ਕੇ ਫੈਸਲਿਆਂ ਨੂੰ ਕਰਨ। ਇਸ ਢੰਗ ਦੇ ਨਾਲ ਇਹ ਜਿਹੜੇ ਤਖਤ ਹਨ, ਇਹ ਸਿੱਖ ਦੀ ਜ਼ਿੰਦਗੀ ਦੇ ਨਾਲ ਬਹੁਤ ਹੀ ਅਹਿਮ ਸਥਾਨ ਰੱਖਦੇ ਹਨ। ਅੱਜ ਇਹਨਾਂ ਦੀ ਪ੍ਰਭੂਸੱਤਾ, ਇਹਨਾਂ ਦੀ ਆਜ਼ਾਦੀ ਲਈ ਸਾਨੂੰ ਕਦਮ ਉਠਾਉਣ ਦੀ ਲੋੜ ਹੈ, ਤਦ ਕਿ ਇੱਥੋਂ ਹੋਏ ਕੌਮੀ ਫੈਸਲੇ ਸਾਰੇ ਮੰਨਣ, ਸਿਰ ਝੁਕਾਉਣ। ਉਹ ਤਾਂ ਹੀ ਹੋ ਸਕੇਗਾ ਜੇ ਸਾਡੇ ਸਾਰੇ ਫੈਸਲੇ ਨਿਆਂਪੂਰਕ ਹੋਣ, ਇੱਕ ਪਾਸੜ ਨਾ ਹੋ ਕੇ ਪੰਥ ਦੀ ਸਮੁੱਚੀ ਸੋਚ ਦੀ ਅਗਵਾਈ ਇਹ ਤਖਤ ਕਰਨ, ਤੇ ਤਦ ਹੀ ਇੱਥੋਂ ਅਸੀਂ ਉਜਲੇ ਭਵਿੱਖ ਦੀ ਆਸ ਅਸੀਂ ਰੱਖ ਸਕਦੇ ਹਾਂ, ਰੱਖਣੀ ਚਾਹੀਦੀ ਹੈ, ਰੱਖ ਸਕਦੇ ਹਾਂ, ਜਦੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਅਸੀਂ ਫੈਸਲੇ ਲਾਉਣ ਦੇ ਯੋਗ ਹੋ ਜਾਵਾਂਗੇ। ਤਾਂ ਅੱਜ ਦੀ ਵਿਚਾਰ ਨੂੰ ਇੱਥੇ ਹੀ ਸੰਕੋਚਦਾ ਹਾਂ, ਕਿਉਂਕਿ ਸਰਬੱਤ ਗੁਰਦੁਆਰਿਆਂ ਦਾ ਇਤਿਹਾਸ ਵਿੱਚ ਸਾਨੂੰ ਫਿਰ ਗੁਰਦੁਆਰਿਆਂ ਦੀ ਗੱਲ ਕਰਨੀ ਪਏਗੀ, ਜੋ ਲੰਬਾ ਸਮਾਂ ਲਵੇਗੀ। ਤਾਂ ਮੈਂ ਇੱਥੋਂ ਹੀ ਆਪ ਤੋਂ ਖਿਮਾ ਮੰਗ ਰਿਹਾ ਹਾਂ। ਹੋਈਆਂ ਭੁੱਲਾਂ ਦੀ ਖਿਮਾ ਜੀ। ਪਿਆਰ ਸਤਿ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।